ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ। ਉਹ ਏਦਾਂ ਹੀ ਸਾਧ ਸੰਗਤ ਜੀ ਨੇ, ਇੱਕ ਸੰਤ ਰਹਿੰਦੇ ਸੀ ਪਹਾੜ ਦੇ ਉੱਪਰ, ਤੇ ਉਹ ਥੋੜਾ ਪਹਾੜ ਕਾਫੀ ਉੱਚਾ ਸੀ ਤੇ ਪਿੰਡ ਥੱਲੇ ਪਿੰਡ ਰਹਿੰਦਾ ਸੀ ਪਹਾੜ ਦੇ ਥੱਲੇ। ਤੇ ਉਹਨਾਂ ਕੋਲ ਜਾਣਾ, ਸੰਗਤਾਂ ਨੇ ਜਾਣਾ, ਤੇ ਉਹ ਸੰਤ ਨੇ ਕਹਿਣਾ ਜੀ ਤੁਸੀਂ ਕੀ ਕੰਮ ਕਰਦੇ ਜੋ? ਉਹ ਕਹਿੰਦੇ ਜੀ ਮੈਂ ਤੇ ਚਾਮੜੀ ਆ। ਉਹ ਕਹਿੰਦੇ ਨਹੀਂ ਜੀ ਤੁਸੀਂ ਨਹੀਂ ਭਗਤੀ ਕਰ ਸਕਦੇ। ਕਹਿੰਦਾ ਠੀਕ ਹੈ ਜੀ। ਫਿਰ ਹੋਰ ਇੱਕ ਬੁੱਚੜ ਚਲ ਗਿਆ ਈਸਾਈ। ਉਹ ਕਹਿੰਦੇ ਕਿ ਤੁਸੀਂ ਕੀ ਕੰਮ ਕਰਦੇ ਜੋ? ਉਹ ਕਹਿੰਦੇ ਜੀ ਮੈਂ ਤੇ ਈਸਾਈ ਹੈਗਾ। ਉਹ ਕਹਿੰਦਾ ਨਹੀਂ ਤੇਰਾ ਵੀ ਨਹੀਂ ਕੰਮ ਬਣਨਾ। ਇਸੇ ਤਰ੍ਹਾਂ ਮਤਲਬ ਬੜੇ ਅਲੱਗ-ਅਲੱਗ ਕਿੱਤਿਆਂ ਵਾਲੇ ਨਾ ਮਨੁੱਖ ਉਹਨਾਂ ਕੋਲ ਜਾਂਦੇ ਸੀ ਕਿ ਤੁਸੀਂ ਇੱਥੇ ਭਗਤੀ ਕਰ ਰਹੇ ਜੋ, ਔਰ ਇੱਥੇ ਤੁਸੀਂ ਬੜੇ ਅਸੀਂ ਵੇਖਦੇ ਪਏ ਹਾਂ ਸਾਲਾਂ ਤੋਂ ਇੱਥੇ ਬੈਠੇ ਜੋ, ਤੇ ਸਾਨੂੰ ਵੀ ਦੱਸੋ ਅਸੀਂ ਵੀ ਮਾਰਗ ਤੇ ਚੱਲੀਏ ਨਾ। ਉਹ ਕਹਿੰਦੇ ਕਿ ਨਹੀਂ ਤੁਸੀਂ ਸੰਸਾਰੀ ਜੀਵ ਜੋ, ਤੇ ਤੁਸੀਂ ਕਹਿੰਦੇ ਸੰਸਾਰੀ ਜੀਵ ਜੋ ਤੇ ਤੁਹਾਡੇ ਵੱਸ ਦੀ ਗੱਲ ਨਹੀਂ ਹੈਗੀ, ਠੀਕ ਹੈ ਜੀ। ਹਾਂਜੀ। ਤੇ ਫਿਰ ਉਹ ਕਹਿੰਦੇ ਇਹ ਨੀ ਗੱਲ ਕਹੀ ਤੇ ਲੋਕਾਂ ਨੇ ਥੱਲੇ ਆ ਜਾਇਆ ਕਰਨਾ। ਤੇ ਉਹ ਸਮਾਂ ਬੀਤ ਗਿਆ ਤੇ ਫਿਰ ਉਹ ਜਦੋਂ ਸਮਾਂ ਬੀਤ ਗਿਆ ਤੇ ਉਹਨਾਂ ਨੇ ਵੇਖਿਆ ਤੇ ਉਹਨਾਂ ਕੋਲ ਚੇਲਾ ਸੀ, ਉਹਨੂੰ ਕਿਹਾ ਕਿ ਬਈ ਤੂੰ ਜਾ ਤੇ ਉਹ ਪਿੰਡ ਵਾਲਿਆਂ ਨੂੰ ਸੱਦ ਲਿਆ। ਉਹ ਕਹਿੰਦੇ ਕਿ ਇਹ ਕਥਾ ਆਪਾਂ ਪਹਿਲਾਂ ਵੀ ਕੀਤੀ। ਉਹ ਕਹਿੰਦਾ ਮਹਾਰਾਜ ਉਹਨਾਂ ਕਿੱਥੇ ਆਉਣਾ ਹੈ, ਕੋਈ ਚਾਮੜੀ ਹੈ, ਕੋਈ ਕਿਸਾਹੀ ਹੈ, ਕੋਈ ਤਰਖਾਨ ਹੈ, ਦੁਨਿਆਵੀ ਬੰਦੇ ਬੈਠੇ ਆ, ਤੇ ਤੁਸੀਂ ਤਾਂ ਪਹਿਲਾਂ ਵੀ ਉਹਨਾਂ ਨੂੰ ਮਨਾ ਕਰਤਾ ਸੀ ਕਿ ਤੁਹਾਡੇ ਵੱਸ ਦੀ ਗੱਲ ਨਹੀਂ ਹੈ, ਤੁਹਾਨੂੰ ਨਹੀਂ ਪ੍ਰਮਾਤਮਾ ਲੱਭਣਾ। ਤੇ ਕਹਿੰਦੇ ਹੁਣ ਤੁਸੀਂ ਸਡਨਲੀ ਇੰਨੇ ਸਾਲਾਂ ਬਾਅਦ ਤੁਸੀਂ ਕਿਉਂ ਉਹਨਾਂ ਨੂੰ ਸੱਦਣਾ ਚਾਹੁੰਦੇ? ਉਹ ਕਹਿੰਦੇ ਉਦੋਂ ਮੈਨੂੰ ਵੀ ਨਹੀਂ ਪਤਾ ਸੀ, ਕਿਉਂਕਿ ਉਹ ਬੰਦੇ ਦੀ ਜਿਹੜੇ ਔਗਣ ਹੈ ਨਾ, ਉਹ ਕਹਿੰਦੇ ਬੰਦੇ ਦੇ ਜਿਹੜੇ ਔਗਣ ਆ ਉਹ ਮੈਨੂੰ ਲੱਗਦਾ ਸੀ ਕਿ ਉਹ ਬੰਦਿਸ਼ ਹੈ, ਕਿਉਂਕਿ ਮੈਂ ਕਰਮਕਾਂਡੀ ਸਾਂ। ਤੇ ਮੈਂ ਸੋਚਦਾ ਸਾਂ ਕਿ ਇਹ ਜਿਹੜੇ ਕਰਮ ਆ ਇਹ ਬੰਦੇ ਦੇ ਮਤਲਬ ਪਹਿਲਾਂ ਸਹੀ ਹੋਣੇ ਚਾਹੀਦੇ ਤੇ ਬਾਅਦ ਚ ਹੀ ਬੰਦਾ ਧਾਰਮਿਕ ਹੋਣਾ ਚਾਹੀਦਾ। ਹੁਣ ਮੈਨੂੰ ਇੰਨਾ ਪਤਾ ਲੱਗਾ ਕਿ ਤੁਸੀਂ ਭਗਤੀ ਪਹਿਲਾਂ ਸ਼ੁਰੂ ਕਰਨੀ ਆ ਤੇ ਔਗਣ ਤੁਹਾਡੇ ਆਟੋਮੈਟਿਕਲੀ ਤੁਹਾਡੇ ਤੋਂ ਦੂਰ ਹੋਣੇ। ਬਹੁਤ ਵਧੀਆ, ਬਿਲਕੁਲ ਸਹੀ ਹੈ ਜੀ। ਪਹਿਲਾਂ ਮੇਰੀ ਏਦਾਂ ਦੀ ਸੋਚ ਸੀ ਕਿ ਪਹਿਲਾਂ ਤੁਸੀਂ ਚਾਨਣ ਲਿਆਓ, ਔਗਣਾਂ ਦਾ ਤਿਆਗ ਕਰੋ। ਔਰ ਹੁਣ ਕਈ ਜਗ੍ਹਾ ਤੇ ਵੇਖੋ ਨਾ, ਇੱਥੇ ਕਈ ਇਸ਼ਤਿਹਾਰ ਤੇ ਪਤਾ ਨਹੀਂ ਕਿਹਨੇ ਲਿਖਿਆ ਸੀ, ਉਹ ਕਹਿੰਦੇ ਕਿ ਪਹਿਲਾਂ ਤੁਸੀਂ ਏਦਾਂ ਕਰੋ 5 ਬਾਣੀਆਂ ਦਾ ਪਾਠ ਪੜ੍ਹੋ, ਫਿਰ ਸਵੇਰੇ ਇਸ਼ਨਾਨ ਕਰੋ, 1 ਘੰਟਾ ਸਿਮਰਨ ਕਰੋ। ਜੇ ਤੁਸੀਂ ਕਰਦੇ ਜਦੋਂ ਫਿਰ ਸਾਡੇ ਕੋਲ ਆਉਣਾ ਨਾਮ ਲੈਣ ਵਾਸਤੇ। ਤੇ ਬੰਦਾ ਪੁੱਛੇ ਤੁਹਾਡੇ ਕੋਲ ਆਉਣਾ ਹੈ ਤੇ ਸ਼ੁਰੂਆਤ ਕਰਨੀ ਹੈ, ਉਹ ਤਾਂ ਸ਼ੁਰੂ ਤੇ ਵੀ ਬੰਦਾ ਆ ਸਕਦਾ। ਜ਼ਰੂਰੀ ਥੋੜੀ ਕਿ ਜਿੰਨੇ ਇੰਨਾ ਕੁਝ ਕੀਤਾ ਤੁਹਾਡੇ ਕੋਲ ਬੰਦਾ ਉਹੀ ਤੁਹਾਡੇ ਕ੍ਰਾਈਟੇਰੀਆ ਚ ਆਉਂਦਾ ਨਾ। ਗੋਰਖੀ ਸਾਹਿਬ ਜਿਹੜਾ 1 ਘੰਟਾ ਸਿਮਰਨ ਕਰ ਰਿਹਾ ਉਹਨੂੰ ਤਾਂ ਜਾਣ ਦੀ ਲੋੜ ਹੀ ਨਹੀਂ ਆ। ਉਹਨੂੰ ਭਾਵੇਂ ਉਹਦੇ ਕੋਲ ਆਉਣਾ ਪੈ ਸਕਦਾ ਹੈ। ਜਿਹੜਾ ਧਿਆਨ ਸਿਮਰਨ ਕਰ ਰਿਹਾ ਉਹਨੂੰ ਜਾਣ ਦੀ ਲੋੜ ਨਹੀਂ। ਉਸੇ ਕਰਕੇ ਲੋਕ ਹੁਣ ਕੱਲ ਇੱਕ ਮਾਤਾ ਦਾ ਫੋਨ ਆਇਆ ਮੈਨੂੰ, ਕਹਿੰਦੀ ਕਿ ਮੈਂ ਕਾਫੀ ਉਹ ਨਾਂ ਲੈ ਰਹੇ ਸੀ, ਕਾਫੀ ਆਪਾਂ ਕਿਹਦਾ ਨਾਂ ਨਹੀਂ ਲੈਣਾ ਕਿਉਂਕਿ ਲੋਕਾਂ ਦੀ ਭਾਵਨਾਵਾਂ ਵਿਚਾਰੇ ਕਮਜ਼ੋਰ ਹੁੰਦੇ ਆ। ਤੇ ਉਹ ਸੱਚ ਕਾਹਦਾ ਹੋਇਆ ਜਿਹੜੇ ਮੇਰੇ ਸ਼ਬਦਾਂ ਦੇ ਨਾਲ ਟੁੱਟ ਜਾਵੇ, ਤੇ ਡਰਨ ਦੀ ਕੀ ਲੋੜ ਪਈ ਹਨਾ? ਕੋਈ ਲੋੜ ਨਹੀਂ। ਇਹ ਡਜ਼ਨਟ ਮੈਟਰ ਮੈਂ ਕੀ ਕਹਿਣਾ, ਜੇ ਅਗਲੇ ਬੰਨੇ ਸੱਚ ਹੈਗਾ ਨਾ ਤੇ ਉਹਨੂੰ ਮੇਰੇ ਲਫ਼ਜ਼ਾਂ ਦੀ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਹਾਂ ਜੇ ਝੂਠ ਹੈਗਾ ਤਾਂ ਪ੍ਰੋਬਲਮ ਜ਼ਰੂਰ ਉਹਨੂੰ। ਉਹ ਕਹਿੰਦੇ ਨੇ ਕਿ ਮੈਂ ਇੱਥੇ ਫਲਾਨੀ ਜਗ੍ਹਾ ਤੇ ਮਤਲਬ ਜਾਂਦੀ ਸਾਂ, ਨਾਮ ਪ੍ਰਗਟ ਹੋ ਗਿਆ, ਸ਼ਬਦ ਪ੍ਰਗਟ ਹੋ ਗਿਆ, ਮੈਂ ਸੁਣਾ ਤੇ ਮੈਂ ਕੀ ਕਵਾਂ। ਹੁਣ ਕਹਿੰਦੀ 1.5 ਸਾਲ ਹੋ ਗਿਆ ਮੇਰੀ ਉਹ ਅਵਸਥਾ ਟੁੱਟ ਗਈ। ਤੇ ਮੈਂ ਬਾਣੀ ਤੇ ਕਹਿੰਦੇ ਮਿਲੇ ਨਾ ਵਿਛੜੇ ਜੇ ਮਿਲਿਆ ਹੋਵੇ, ਉਹ ਤੇ ਬੜੀ ਵੱਡੀ ਗੱਲ ਹੈ। ਉਹ ਬਿਲਕੁਲ ਕੋਈ ਚਰਨਜੀਤ ਥੋੜੀ ਹੈਗਾ ਜਾਂ ਨਿੱਜਰ ਸਾਹਿਬ ਥੋੜੀ ਜਿਹੜੇ ਇੱਕ ਮਿਲ ਗਏ ਤੇ ਉਹ ਨਹੀਂ 2-4 ਸਾਲ ਮਿਲੇ ਤੇ ਭੁੱਲ ਗਏ। ਮੈਂ ਉਹ ਤੇ ਜਦੋਂ ਤੁਸੀਂ ਇੰਨੀ ਯਾਤਰਾ ਕਰਕੇ ਇੱਥੇ ਪਹੁੰਚ ਗਏ, ਉੱਥੋਂ ਤੇ ਬਾਹਰ ਹੀ ਨਿਕਲਿਆ ਜਾ ਸਕਦਾ ਨਾ। ਜਿਹਨੇ ਇੱਕ ਵਾਰੀ ਗੋਰਖੀ ਸਾਹਿਬ, ਮੈਂ ਕਹਿੰਦਾ ਮੈਂ ਤਾਂ ਇੱਥੇ ਤੱਕ ਕਿਹਾ ਬਈ 1 ਮਿੰਟ ਵੀ ਜਿਹਨੇ ਸੁਣ ਦੇਖ ਲਿਆ ਨਾ, 1 ਮਿੰਟ ਵੀ, ਉਹ ਕਦੀ ਜੀਵਨ ਦੇ ਵਿੱਚ ਜਿਹੜਾ ਹੈਗਾ ਉਹਨੂੰ ਛੱਡ ਨਹੀਂ ਸਕਦਾ।
ਹਾਂ ਉਹ ਤੇ ਐਡਾ ਮਿੱਠਾ ਨਾਮ ਆ, ਉਹ ਤੁਸੀਂ ਉਹਨੂੰ ਕਿਤੇ ਜਿੰਨੇ ਛਕ ਲਿਆ ਉਹ ਅਵਰ ਰਸ ਬਿਸਰੇ ਬਣ ਕਹਿੰਦੀ ਆ। ਹਾਂ ਬਣ ਕਹਿੰਦੀ ਅਵਰ ਰਸ ਬਿਸਰੇ। ਰਸ ਦਾ ਮਤਲਬ ਕੀ? ਕਹਿੰਦੇ ਸਾਰਾ ਕੁਝ ਤੂੰ ਖਾਦਾ ਪੀਤਾ ਤੂੰ ਸਾਰਾ ਛੱਡ ਦੇਗਾ ਇੱਕੋ ਵਾਰੀ। ਬਿਲਕੁਲ। ਜਿੰਨੇ ਸੁੰਨ ਦੇ ਵਿੱਚ ਇਤਨੀ ਟੁੱਬੀ ਮਾਰ ਲਈ ਔਰ ਉਹ ਫਿਰ ਬੰਦਾ ਨਿਜਾ ਸਾਹਿਬ 98 ਪੌੜੀਆਂ ਚੜ ਗਿਆ, ਹੁਣ 2 ਪੌੜੀਆਂ ਪਹਿਲੇ ਵਾਪਸ ਥੋੜੀ ਹੋਣਾ ਉਹਨੇ। ਨਾ ਨਾ ਨਾ। ਹੁਣ ਰਸਤਾ ਭਾਵੇਂ ਬਿਖਮ ਹੋ ਜੇ, ਉਹ ਕਹਿੰਦਾ ਛੱਡੋ ਖੜਾ, ਮੈਨੂੰ ਨਹੀਂ ਪਤਾ, ਮੈਂ ਗਾਂ ਜਾਊਂਗਾ, ਹੁਣ ਪਿੱਛੇ ਨਹੀਂ ਆ ਸਕਦਾ। ਉਹ ਤਾਂ ਗੋਰਖੀ ਸਾਹਿਬ ਇੱਕ ਪੌੜੀ ਵੀ ਚੜ ਗਿਆ ਨਾ ਬੰਦਾ ਵਾਪਸ ਨਹੀਂ ਆਏਗਾ, ਇੱਕ ਪੌੜੀ ਵੀ ਚੜ ਗਿਆ ਤੇ ਹਾਂ ਪਚੜਿਆ ਸਹੀ ਤਰੀਕੇ ਨਾਲ ਹੋਵੇ। ਹਾਂ ਬਸ ਆਹੀ ਹੈ। ਹਾਂ ਦੇਖੋ ਪਤਾ ਕੀ ਸਾਧ ਸੰਗਤ ਜੀ, ਇੱਥੇ ਆਪਾਂ ਦੇਖੋ ਬਾਣੀ ਕੀ ਕਰ ਰਹੀ ਆ। ਬਾਣੀ ਸਾਨੂੰ ਇਹ ਸਮਝਾ ਰਹੀ ਆ ਕਿ ਕੁਝ ਦੇਖੋ, ਆਪਾਂ ਇੱਕ ਚੀਜ਼ ਨੂੰ ਸਮਝੋ, ਮਨ ਬੁੱਧੀ ਚਿੱਤ ਜਿਹੜੀ ਇਹਨਾਂ ਨੂੰ ਜਿਹੜੇ ਸੂਖਮ ਹੈਗੇ ਆ ਜਾਂ ਸੁਰਤੀ ਕਹਿ ਲਓ ਸਾਰੇ, ਇਹਦਾ ਮਤਲਬ ਆਪਾਂ ਤਨ ਦੀ ਸਫਾਈ ਕਰਦੇ ਹਾਂ, ਆਪਾਂ ਵਾਲਾਂ ਨੂੰ ਧੋਂਦੇ ਹਾਂ, ਆਪਾਂ ਬ੍ਰਸ਼ ਕਰਦੇ ਦੰਦਾਂ ਨੂੰ ਸਾਫ਼ ਕਰੀਦਾ। 5-7 ਦਿਨਾਂ ਬਾਅਦ ਮਹੀਨੇ ਬਾਅਦ ਮੇਰਾ ਜਿਹੜਾ ਪੈਰ ਵੀ ਚੰਗੀ ਤਰ੍ਹਾਂ ਝਾਵਾਂ ਮਾਰ ਲੈਂਦਾ, ਜਿਹੜਾ ਮਤਲਬ ਕਿਸ ਚੀਜ਼ ਦਾ ਟਾਈਮ ਲੇਟ ਆਉਂਦਾ। ਪਰ ਇਨਸਾਨ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਆ, ਇਹਨੇ ਕਦੇ ਵੀ ਆਪਣੇ ਮਨ ਦੀ, ਆਪਣੀ ਬੁੱਧੀ ਦੀ, ਆਪਣੇ ਚਿੱਤ ਦੀ, ਸੂਖਮ ਚੀਜ਼ ਦੀ ਕਿਤੇ ਵੀ ਸਫਾਈ ਨਹੀਂ ਕੀਤੀ। ਨਾ ਹੀ ਇਹ ਜ਼ਰੂਰੀ ਸਮਝਦਾ ਹੈ। ਇਹ ਸੋਚਦਾ ਹੈ ਕਿ ਕੇਵਲ ਸਰੀਰਕ ਸੁੱਖਾਂ ਨੂੰ ਇਕੱਠਾ ਕੀਤਾ ਜਾਵੇ। ਤੇ ਬਾਣੀ ਤੇ ਕਹਿੰਦੀ ਹੈ ਕਿ ਸਰਬ ਜਗਤ ਕਾ ਰਾਜਾ ਦੁਖੀਆ। ਔਰ ਗੋਰਖੀ ਸਾਹਿਬ ਸਰੀਰ ਤਾਂ ਜਦ ਸਰੀਰ ਨੇ ਰਹਿਣਾ ਹੀ ਨਹੀਂ ਹੈ ਤੇ ਸਰੀਰਕ ਸੁੱਖ ਕਿੱਥੇ ਰਹਿ ਜਾਣਗੇ ਗੋਰਖੀ ਸਾਹਿਬ। ਹਾਂ ਔਰ ਦੇਖੋ ਨਿਜਾ ਸਾਹਿਬ ਇਤਿਹਾਸ ਵੇਖਿਆ ਜਾਏ, ਮਹਾਤਮਾ ਬੁੱਧ, ਮਹਾਵੀਰ, ਹੋਰ ਪਤਾ ਨਹੀਂ ਰਾਜੇ ਪੱਥਰੀ ਵਰਗੇ ਕਿੰਨੇ ਰਾਜਿਆਂ ਨੇ ਰਾਜ ਭਾਗ ਦਾ ਤਿਆਗ ਕਰਕੇ ਉੱਥੇ ਯੋਗ ਧਾਰ ਲਿਆ ਹੈ। ਇਹ ਪਦਾਰਥਾਂ 'ਚ ਸੁੱਖ ਹੁੰਦੇ। ਚਲੋ ਮੇਰੇ ਵਰਗਾ ਨਿਜਾ ਸਾਹਿਬ ਇੱਕ ਆਮ ਬੰਦਾ, ਹੁਣ ਉਹ ਵੈਰਨ ਬ੍ਰਦਰ ਹੀ ਸੀ ਨਾ, ਵੈਰਨ ਬੁਫੇ, ਉਹ ਕਹਿੰਦਾ ਇੱਕ ਸਟੇਟਮੈਂਟ ਕਹਿੰਦਾ ਕਿ ਪੈਸਾ ਸਭ ਕੁਛ ਨਹੀਂ ਆ। ਤੇ ਮਤਲਬ ਪਰ ਇਹ ਗੱਲ ਕਹਿਣ ਤੋਂ ਪਹਿਲਾਂ ਤੁਹਾਡੇ ਕੋਲ ਇਨਫ ਮਨੀ ਚਾਹੀਦੀ ਹੈ ਕਿ ਤੁਹਾਨੂੰ ਫਿਰ ਪਤਾ ਲੱਗੇ। ਤੁਸੀਂ ਏਦਾਂ ਕਹਿ ਦੋ ਨਾ ਕਿ ਪੈਸਾ ਕਿਸੇ ਕੰਮ ਦਾ ਨਹੀਂ ਹੈਗਾ, ਕਹਿੰਦਾ ਉਹ ਇੱਕ ਅਲੱਗ ਚੀਜ਼ ਆ। ਹਾਂ ਤੁਹਾਡੇ ਕੋਲ ਕਾਫੀ ਪੈਸਾ ਹੋਵੇ ਫਿਰ ਤੁਸੀਂ ਇਹ ਲੈਣ ਬੋਲੋ ਕਿ ਪੈਸਾ ਜ਼ਿੰਦਗੀ 'ਚ ਸਭ ਕੁਛ ਨਹੀਂ। ਕਿਉਂ? ਕਿਉਂਕਿ ਉਹ ਚੀਜ਼ ਨੂੰ ਤੁਸੀਂ ਅਨੁਭਵ ਕਰ ਲਿਆ, ਉਹ ਤੁਹਾਡਾ ਜਾਤੀ ਅਨੁਭਵ ਹੈ। ਕਿਤੇ ਪੜ੍ਹਿਆ ਲਿਖਿਆ ਨਹੀਂ ਆ, ਸੁਣਿਆ ਨਹੀਂ ਆ, ਕਿਸੇ ਦੇ ਮੂੰਹ 'ਚ ਨਹੀਂ ਸੁਣਿਆ, ਤੁਸੀਂ ਖੁਦ ਉਹਨੂੰ ਅਨੁਭਵ ਕੀਤਾ। ਇਹੋ ਜ਼ਿੰਦਗੀ ਦਾ ਇੱਕ ਦੇਖੋ ਸਭ ਤੋਂ ਮੇਨ ਚੀਜ਼ ਹੈ। ਸਾਡੇ ਗੁਰੂਆਂ ਨੇ ਸਾਨੂੰ 2 ਚੀਜ਼ ਸਮਝਾਈ ਆ ਕਿ ਤੁਸੀਂ ਤਨ ਦੀ ਸਫਾਈ ਕਰਦੇ ਜੋ, ਹਰ ਦਿਨ ਤਨ ਦੀ ਸਫਾਈ ਆਪਾਂ ਕਰਦੇ ਹਾਂ, ਅੱਖਾਂ ਦੀ ਸਫਾਈ ਕਰਦੇ ਹਾਂ, ਹਫ਼ਤੇ 'ਚ ਕੰਨ ਵੀ ਸਾਫ਼ ਕਰਦੇ ਹਾਂ, ਸਾਰੀਆਂ ਇੰਦਰੀਆਂ ਸਾਫ਼ ਕਰਦੇ ਹਾਂ। ਕਦੇ ਮਨ ਦੀ ਸਫਾਈ, ਕਦੇ ਬੁੱਧੀ ਦੀ ਸਫਾਈ, ਕਦੇ ਚਿੱਤ ਦੀ ਸਫਾਈ। ਤੁਸੀਂ ਵੇਖੋ ਕਦੇ ਇੱਥੇ ਕਿੰਨੀ ਦੁਨੀਆ, ਕਾਲਜ, ਯੂਨੀਵਰਸਿਟੀਆਂ, ਉੱਥੇ ਬੱਚਿਆਂ ਨੂੰ ਪੜ੍ਹਾਉਂਦੇ ਨੇ। ਉਹ ਬੱਚਿਆਂ ਨੂੰ ਇਹ ਸਿਖਾਉਂਦੇ ਨੇ ਕਿ ਵੱਧ ਤੋਂ ਵੱਧ ਪੈਸਾ ਕਿੱਦਾਂ ਕਮਾਉਣਾ, ਤੂੰ ਡਾਕਟਰ ਕਿੱਦਾਂ ਵਧੀਆ ਬਣੇਗਾ, ਤੂੰ ਇੰਜੀਨੀਅਰ ਕਿੱਦਾਂ ਵਧੀਆ ਬਣੇਗਾ। ਤੂੰ ਹੁਣ ਕੇਰਲਾ 'ਚ ਜਾਓ ਤੇ ਉੱਥੇ ਕਹਿੰਦੇ ਆ ਕਿ ਸਕੂਲ ਹੈਗੇ ਪੋਲੀਟੀਸ਼ੀਅਨ ਕਿੱਦਾਂ ਤੂੰ ਵਧੀਆ ਬਣ ਸਕਦਾ, ਦੱਸਦੇ ਹੋ, ਸਿਖਾਉਂਦੇ ਉੱਥੇ ਕਾਲਜ ਹੈਗੇ। ਪਰ ਕੋਈ ਵੀ ਇਨਸਾਨ ਕਿੱਦਾਂ ਵਧੀਆ ਬਣ ਸਕਦਾ ਇਹਦੇ ਬਾਰੇ ਕੋਈ ਬਹੁਤੇ ਲੋਕ ਗੱਲ ਨਹੀਂ ਕਰਨਾ ਚਾਹੁੰਦੇ। ਜ਼ਿੰਦਗੀ ਦੇ ਵਿੱਚ ਅਸੀਂ ਕੁਛ ਵੀ ਪ੍ਰਾਪਤ ਕਰ ਲਈਏ, ਇਹ ਗੱਲ ਬੜੀ ਵੱਡੀ, ਮੈਂ ਨਾ ਬੜੀ ਗਹਿਰੇ ਲੈਵਲ ਤੇ ਜਾ ਕੇ ਗੱਲ ਕਰ ਰਿਹਾ। ਮੈਂ ਐਵੇਂ ਕੋਈ ਕਿਸੇ ਦੀ ਸੁਣੀ ਸੁਣਾਈ ਗੱਲ ਨਹੀਂ ਮੈਂ ਕਰਦਾ। ਜੇਕਰ ਤੁਸੀਂ ਚੰਗੇ ਇਨਸਾਨ ਨਹੀਂ ਜੋ ਨਾ, ਬੇਸ਼ੱਕ ਤੁਹਾਡੇ ਕੋਲ ਕੁਛ ਵੀ ਹੈਗਾ, ਬੜਾ ਘਟੀਆ ਜੀਵਨ ਹੈ ਤੁਹਾਡਾ। ਬਹੁਤ ਚੰਗਾ ਜੀਵਨ ਤੁਹਾਡਾ ਉਦੋਂ ਬਣੂਗਾ ਜਦੋਂ ਤੁਹਾਡੇ ਜੀਵਨ 'ਚ ਪ੍ਰਮਾਤਮਾ ਰੂਪੀ ਸ਼ਕਤੀ ਦਾ ਥੋੜਾ ਬਹੁਤਾ ਡਰ ਹੋ। ਡਰ ਇੱਕ ਅਲੱਗ ਚੀਜ਼ ਹੈ। ਭੈ ਦਾ ਮਤਲਬ ਜਸਟ, ਹੁਣ ਇੱਕ ਔਰਤ ਹੈ, ਉਹਨੂੰ ਥੋੜਾ ਭੈ ਹੈਗਾ ਮੇਰੇ ਪਤੀ ਦਾ, ਉਹ ਭਾਵੇਂ ਆਵੇ ਨਾ ਜਾਵੇ, ਉਹ ਜਦੋਂ ਵੀ ਕੋਈ ਕੰਮ ਕਰਦੀ ਹੈ ਔਰ ਉਹਦੇ ਮਨ 'ਚ ਹੁੰਦਾ ਨਿਜਾ ਸਾਹਿਬ ਕਿ ਮੇਰਾ ਪਤੀ ਕੀ ਕਹੂਗਾ। ਕਹਿਣਾ ਤਾਂ ਵਿਚਾਰੇ ਕੁਛ ਨਹੀਂ ਆ, ਪਰ ਉਹਦੇ ਮਨ 'ਚ ਹੁੰਦਾ। ਉਹ ਕੁਝ ਚੀਜ਼ਾਂ ਏਦਾਂ ਦੀਆਂ ਗੈਰ ਜ਼ਰੂਰੀ ਨਹੀਂ ਕਰਦੀ ਕਿਉਂਕਿ ਉਹਨੂੰ ਇੱਕ ਪਿਆਰ ਦਾ ਰਿਸ਼ਤਾ ਉਹਦੇ ਹਸਬੈਂਡ ਦੇ ਨਾਲ, ਔਰ ਉਹ ਭੈ 'ਚ ਬੈਠੀ ਆ। ਔਰ ਜਿੰਨੇ ਲਾਈ ਲੋਈ ਤੇ ਉਹਦਾ ਕੀ ਕਰੂਗਾ ਕੋਈ, ਉਹ ਗੱਲ ਵੱਖਰੀ ਆ। ਉਹ ਸਾਰਿਆਂ ਲਈ ਕ੍ਰਾਈਟੇਰੀਆ ਤੇ ਨਹੀਂ ਹੁੰਦਾ, ਪਰ ਜਿਹੜੀ ਔਰਤ ਦੇ ਮਨ 'ਚ ਭੈ ਹੁੰਦਾ, ਪਤੀ ਮਾਂ ਨਹੀਂ ਹੁੰਦਾ, ਹੋਰ ਤੇ ਗੱਲ ਤੇ ਕੁਛ ਨਹੀਂ ਨਿਜਾ ਸਾਹਿਬ। ਭੈ ਦਾ ਮਤਲਬ ਮੈਂ ਇਹ ਕਹਿ ਸਕਦਾ।
ਜਦੋਂ ਸਾਡੀ ਜ਼ਿੰਦਗੀ 'ਚ ਆਪਾਂ ਜ਼ਿੰਦਗੀ ਚਲਾਈ ਜਾਂਦੇ ਆ ਔਰ ਅਸੀਂ ਕਿਤੇ ਵੇਖਦੇ ਨਹੀਂ ਅਸੀਂ ਇਹ ਗੱਡੀ ਆਪਣੀ ਕਿੱਧਰ ਲੈ ਕੇ ਜਾ ਰਹੇ ਹਾਂ। ਇਹ ਬਾਣੀ ਸਾਨੂੰ ਇਹੋ ਸਿਖਾ ਰਹੀ ਆ ਕਿ ਤੂੰ ਜਿੱਥੇ ਡਰਾਈਵ ਕਰ ਰਿਹਾ ਨਾ ਰਸਤਾ ਬਹੁਤਾ ਵਧੀਆ ਨਹੀਂ ਹੈਗਾ, ਤੂੰ ਖੁਦ ਲੈ ਕੇ ਜਾ ਰਿਹਾ ਗੱਡੀ। ਇਹ ਨਿਜਾ ਸਾਹਿਬ ਇਹ 101% ਆਪਾਂ ਡਰਾਈਵ ਕਰਕੇ ਗੱਡੀ ਉੱਥੇ ਲੈ ਕੇ ਜਾਂਦੇ ਆ, ਜਿੱਥੇ ਆਪਾਂ ਮੁੜ ਕੇ ਵਾਪਸ ਆਉਣਾ ਗੱਡੀ ਫਿਰ ਨੇ ਉੱਥੋਂ ਵਾਪਸ ਆਵੇਗੀ। ਤੁਸੀਂ ਆਪਣੇ ਘਰ ਤੋਂ ਤੁਸੀਂ ਆਊਟ ਆਫ ਚੱਲ ਜਾਓ, ਕਿੱਥੇ ਮਰਜੀ ਚੱਲ ਜਾਓ, ਆਖਰ ਤੇ ਕਿੱਥੇ ਜਾਣਾ ਹੈ? ਤੁਸੀਂ ਵਾਪਸ ਆਪਣੇ ਘਰ ਨੂੰ ਹੀ ਆਉਣਾ ਹੈ। ਜਿੱਥੋਂ ਜਿੱਥੋਂ ਗੱਡੀ ਖੜੀ ਆ ਤੁਹਾਨੂੰ ਉਹ ਰਸਤਾ ਜਾਂ ਕਿਸੇ ਹੋਰ ਰਸਤੇ ਦੇ ਤੁਹਾਨੂੰ ਵਲ ਪਾ ਕੇ ਉਹਨਾਂ ਸਫ਼ਰ ਕਰਕੇ ਤੁਹਾਨੂੰ ਵਾਪਸ ਆਉਣਾ ਪਊ। ਔਰ ਫਿਰ ਜੇ ਆਪਾਂ ਗੱਡੀ ਫੇਰ ਡਰਾਈਵ ਕਰੀ ਜਾਵਾਂਗੇ ਫਿਰ ਵਾਪਸ ਆਉਣਾ ਪਊਗਾ। ਇਸੇ ਹੀ ਤਰ੍ਹਾਂ ਮਨੁੱਖ 84 ਲੱਖ ਦੇ ਗੇੜਿਆਂ 'ਚ ਬੰਦਾ ਡਰਾਈਵ ਕਰਦਾ ਹੈ ਮਨੁੱਖੇ ਸਰੀਰ ਦੇ ਵਿੱਚ, ਫਿਰ ਉੱਥੋਂ ਘੁੰਮ ਕੇ ਵਾਪਸ ਆਉਂਦਾ। ਔਰ ਇਨਸਾਨ ਦੀ ਆਪਣੀ ਉਹਦੀ ਇੱਕ ਇੰਡੀਵਿਜੂਅਲ ਡਿਸੀਜਨ ਆ। ਇਹਦੇ 'ਚ ਕੋਈ ਨੂੰ ਆਪਾਂ ਜ਼ਬਰਦਸਤੀ ਨਹੀਂ ਕਹਿ ਸਕਦੇ। ਦੇਖੋ ਹਰ ਕੋਈ ਬੰਦਾ ਨਾ ਆਪਣੀ ਲੋੜਾਂ ਦੇ ਅਨੁਸਾਰ ਜੀਵਨ ਬਤੀਤ ਕਰਦਾ। ਜ਼ਰੂਰੀ ਨਹੀਂ ਹੈ, ਬਾਣੀ 'ਚ ਕਹਿੰਦੇ ਆ ਕਿ ਅਸੀਂ ਤੇ ਜਦੋਂ ਇਸ ਚੀਜ਼ ਨੂੰ ਲੈ ਕੇ ਲੋਕਾਂ ਕੋਲ ਗਏ ਆ ਪਰ ਲੋਕ ਤਿਆਰ ਨਹੀਂ ਹੈਗੇ। ਕਿਉਂ? ਕਿਉਂਕਿ ਇਨਸਾਨ ਜਿਹੜਾ ਹੈ ਮਾਇਆ ਦੇ ਵਿੱਚ ਬਹੁਤ ਜ਼ਿਆਦਾ ਉਲਝਿਆ। ਜਿੱਦਾਂ ਸਿਕੰਦਰ ਸਾਹਿਬ ਨੂੰ ਕਿਹਾ ਉਹਨਾਂ ਨੇ, ਉਸ ਫਕੀਰ ਨੇ, ਕਿ ਛੱਡੋ ਖੜਾ, ਤੁਸੀਂ ਮੈਂ ਵੇਖਣ ਦੇ ਕਿੰਨੇ ਮਹੀਨਿਆਂ ਤੋਂ ਇੱਥੇ ਫੌਜਾਂ ਲੰਘਣੀਆਂ ਨੇ ਪਰ ਤੁਸੀਂ ਇੰਨਾ ਵੱਡਾ ਕੀ ਕਰ ਰਹੇ ਜੋ? ਉਹ ਕਹਿੰਦੇ ਕਿ ਮੈਂ ਤੇ ਦੁਨੀਆ ਜਿੱਤਣ ਦੇ ਲਕਸ਼ ਦੇ ਵਿੱਚ ਨਿਕਲਿਆ। ਤੇ ਕਹਿੰਦੇ ਫਿਰ ਕੀ ਕਰੋਗੇ? ਕਹਿੰਦਾ ਮੈਂ ਆਰਾਮ ਕਰੂੰਗਾ। ਕਹਿੰਦਾ ਛੱਡੋ ਖੜਾ, ਤੁਸੀਂ ਨਾ ਰੌਲਾ ਪਾ ਕੇ ਆਰਾਮ ਕਰਨਾ ਹੈ, ਖਾਣੀਆਂ ਤੇ 2 ਰੋਟੀਆਂ ਹੀ ਆ, ਤੁਸੀਂ ਹੁਣੇ ਆਰਾਮ ਕਰ ਲਓ। ਕਹਿੰਦੇ ਨਹੀਂ ਮੈਂ ਬਹੁਤ ਦੂਰ ਆ ਚੁੱਕੇ ਹਾਂ, ਹੁਣ ਇੱਥੋਂ ਮੇਰੇ ਲਈ ਵਾਪਸ ਜਾਣਾ ਬੜਾ ਔਖਾ ਹੈ। ਸੋ ਕਹਿਣ ਤੋਂ ਭਾਵ ਹੈ ਕਿ ਹਰ ਇੱਕ ਇਨਸਾਨ ਦੇ ਅੰਦਰ ਇੱਕ ਸਿਕੰਦਰ ਹੈਗਾ। ਉਹ ਜਿਹੜਾ ਸਿਕੰਦਰ ਹੈ ਉਹ ਦੁਨੀਆ ਨੂੰ ਜਿੱਤਣਾ ਚਾਹੁੰਦਾ ਹੈ। ਅਸਲ 'ਚ ਉਹ ਸਿਕੰਦਰ ਹੈ ਜਾਂ ਨਹੀਂ ਹੈ ਉਹ ਇੱਕ ਹੋ ਸਕਦਾ ਕਹਾਣੀ ਹੋਵੇ, ਪਰ ਸਾਡੇ ਸਾਰਿਆਂ ਦੇ ਅੰਦਰ ਇੱਕ ਸਿਕੰਦਰ ਹੈ ਜਿਹੜਾ ਚਾਹੁੰਦਾ ਕਿ ਮੈਂ ਦੁਨੀਆ ਦੇ ਉੱਪਰ ਪਹੁੰਚ ਜਾ। ਕਈਆਂ ਦਾ ਛੋਟੇ ਲੈਵਲ ਦਾ ਸਿਕੰਦਰ ਹੈ, ਕਈਆਂ ਦਾ ਵੱਡੇ ਲੈਵਲ ਦਾ ਸਿਕੰਦਰ ਹੈ। ਬਾਣੀ ਕਹਿੰਦੀ ਕਿ ਆਖਰ ਦੇ ਵਿੱਚ ਜਿਹੜੀ ਤੇਰੀ ਬੁੱਧੀ ਹੈ, ਜਿਹੜਾ ਤੇਰਾ ਮਨ ਆ, ਜਿਹੜਾ ਤੇਰਾ ਚਿੱਤ ਆ, ਜੇਕਰ ਉਹ ਠੀਕ ਨਹੀਂ ਆ ਤੇ ਤੇਰਾ ਜੀਵਨ ਸਹੀ ਨਹੀਂ ਆ। ਕਿਉਂਕਿ ਜੋ ਤੂੰ ਦੇਖ ਰਿਹਾ ਨਾ, ਤੈਨੂੰ ਕਲਰ ਬਲਾਈਂਡਨੈਸ ਆ, ਤੈਨੂੰ ਚੀਜ਼ ਦਿਖ ਨਹੀਂ ਰਹੀ, ਔਰ ਜੋ ਤੂੰ ਦੇਖ ਰਿਹਾ ਉਹ ਸੱਚ ਨਹੀਂ ਹੈਗਾ। ਔਰ ਇਸ ਦੇ ਲਈ ਇੱਕ ਤਰੀਕਾ ਹੈਗਾ, ਜਿੱਦਾਂ ਆਪਾਂ ਸਰੀਰ ਦੀ ਸਫਾਈ ਕਰ ਸਕਦੇ ਹਾਂ, ਜਿੱਦਾਂ ਬਾਥਰੂਮ 'ਚ ਜਾ ਕੇ ਪਾਣੀ ਪਾ ਕੇ ਸਾਬਣ ਦੀ ਮਦਦ ਲੈ ਸਕਦੀ ਹੈ ਔਰ ਬ੍ਰਸ਼ ਐਰਾ ਵਗੈਰਾ ਟੂਲ ਹੈਲਪ ਲਈ ਜਾ ਸਕਦੀ ਹੈ। ਪਰ ਕਹਿੰਦੇ ਕਿ ਇਹਨਾਂ ਨੂੰ ਘੜੀਏ ਮਤ ਪਾਪਾ ਤੇ ਸੰਗ ਉਹ ਤੋਪੇ ਨਾਮ ਹੈ, ਭਰੀਏ ਮਤ ਪਾਪਾ ਕੇ ਸੰਗ ਉਹ ਤੋਪੇ ਨਾਮ ਹੈ ਕਿ ਰੰਗ। ਹਾਂ, ਕਿ ਇਹ ਜਿਹੜਾ ਮਲੀਨਤਾ ਹੈ, ਜਿਹੜੀ ਗੰਦਗੀ ਹੈ, ਜਿੱਥੇ ਬਾਣੀ 'ਚ ਕਿਹਾ ਘੜੀਏ ਸੁਰਤ ਮਤ ਮਨ ਬੁੱਧ, ਘੜੀਏ ਸੁਰਾਂ ਸਿਰਾਂ ਕੀ ਸੁਧ। ਹਾਂਜੀ, ਬ੍ਰਹਮ ਗਿਆਨੀਆਂ ਦੀ ਤੇਰੇ ਕੋ ਪ੍ਰਾਪਤ ਹੋ ਜੇ, ਉਹਨਾਂ ਚੇਤਨਾ ਪ੍ਰਗਟ ਹੋ ਜੇ। ਉਹ ਕਹਿੰਦੇ ਕਿ ਇਹਦਾ ਇੱਕ ਤਰੀਕਾ ਹੈਗਾ, ਬਿਨ ਨਾਮੇ ਜਗ ਬੌਰਾਨਾ। ਤੈਨੂੰ ਨਾਮ ਪ੍ਰਾਪਤ ਕਰਨਾ ਪਊਗਾ, ਪਰ ਨਾਮ ਤੇਰੇ ਅੰਦਰ ਹੈਗਾ। ਔਰ ਜਦੋਂ ਤੇਰਾ ਨਾਮ ਪ੍ਰਗਟ ਹੋ ਜਾਏਗਾ ਤੇ ਸਭ ਤੋਂ ਪਹਿਲਾਂ ਤੇਰਾ ਜਿਹੜਾ ਮਨ ਆ ਉਹਨੇ ਸਥਿਰ ਹੋਣਾ। ਅਨਮਨੀ ਅਵਸਥਾ ਕਹਿੰਦੇ ਆ। ਕੇਵਲ ਤੂੰ ਇੰਨਾ ਕੰਮ ਪੂਰਾ ਕਰ ਦੇ, ਬਾਕੀ ਦਾ ਕੰਮ ਜਿਹੜਾ ਆਤਮਾ ਨੇ ਆਪੇ ਕਰ ਦੇਣਾ। ਸਹੀ ਹੈ ਨਾ ਜੀ ਸਾਹਿਬ? ਬਿਲਕੁਲ। ਪਾਰਸ ਦੇ ਲਾਗੇ ਜਾਣ ਦੀ ਲੋੜ ਆ, ਉਸ ਦੇ ਲਾਗੇ ਜਾਣ ਦਾ ਇੱਕੋ ਤਰੀਕਾ ਅਨਮਨੀ ਅਵਸਥਾ। ਉਹ ਵੀ ਅਰਦਾਸ ਕਰੋ, ਜੇ ਨਹੀਂ ਗੱਲ ਬਣਦੀ ਤੇ ਬਣ ਜਾਏਗੀ। ਸੋ ਇੰਨਾ ਹੀ ਕੰਮ ਕਰਨਾ ਹੈ ਆਪਾਂ, ਉਸ ਅਨਮਨੀ ਅਵਸਥਾ ਜਾਣਾ ਹੈ ਜਿੱਥੇ ਲੋਕੀ ਨੋ ਮਾਈਂਡ ਕਹਿ ਦਿੰਦੇ ਨੇ ਪੜ੍ਹੀ ਲਿਖੀ ਲੈਂਗੁਏਜ। ਆਪਾਂ ਬਾਣੀ 'ਚ ਜਿੱਥੇ ਲਿਖਿਆ ਅਨਮਨੀ ਅਵਸਥਾ, ਮਨ ਤੋਂ ਰਹਿਤ ਅਵਸਥਾ, ਜਦੋਂ ਵਿਚਾਰ ਸ਼ਾਂਤ ਹੋ ਜਾਂਦੇ ਆ। ਔਰ ਉਸ ਅਵਸਥਾ ਦੇ ਵਿੱਚ ਕੁਦਰਤ ਕਿੱਦਾਂ ਤੁਹਾਨੂੰ ਸਹੀ ਕਰ ਦਿੰਦੀ ਹੈ ਇਹ ਰੱਬ ਜਾਣਦਾ ਹੈ। ਪਰ ਜਿਵੇਂ ਜਿਵੇਂ ਤੁਸੀਂ ਉੱਥੇ ਟੁੱਬੀਆਂ ਮਾਰ ਕੇ ਬਾਹਰ ਆਏ, ਤੁਸੀਂ ਇੱਕ ਅਲੱਗ ਕਿਸਮ ਦੇ ਇਨਸਾਨ ਹੋਵੋਗੇ। ਉਹਦੇ ਵਿੱਚ ਤੁਹਾਡਾ ਅੰਤਰੀ ਅਤੇ ਬਾਹਰੀ ਵਿਕਾਸ ਹੋਵੇਗਾ। ਤੁਸੀਂ ਚੀਜ਼ਾਂ ਨੂੰ ਅਲੱਗ ਤਰੀਕੇ ਨਾਲ ਦੇਖੋਗੇ, ਅਲੱਗ ਤਰੀਕੇ ਦੇ ਫੈਸਲੇ ਕਰੋਗੇ, ਜੀਵਨ ਬਹੁਤ ਉੱਚਾ ਹੋ ਜਾਏ। ਤੁਹਾਡੀ ਜ਼ਿੰਦਗੀ ਦੀ ਡਾਇਰੈਕਸ਼ਨ ਬਦਲ ਜਾਏਗੀ। ਜਿੱਦ ਤੁਸੀਂ ਜਾ ਰਹੇ ਜੋ, ਹੋ ਸਕਦਾ ਤੁਸੀਂ ਜਾਏ ਉੱਧਰ ਹੀ ਤੁਰੇ ਜਾਓ, ਪਰ ਬਹੁਤ ਚੀਜ਼ਾਂ ਜਿਹੜੀਆਂ ਗਲਤ ਨੇ ਉਹ ਛੁੱਟ ਜਾਣ ਔਰ ਤੁਸੀਂ ਚੰਗੀ ਦਿਸ਼ਾ ਵੱਲ ਤੁਰ ਪਓ। ਸੋ ਅੱਜ ਦੀ ਵਿਚਾਰ ਸ਼ੁਰੂ ਕਰੋ ਨਿਜਰ ਸਾਹਿਬ ਜੀ। ਹਾਂਜੀ, ਅੱਜ ਦੀ ਵਿਚਾਰ ਤੁਸੀਂ ਸਾਰਾਂਸ਼ ਤਾਂ ਤੁਸੀਂ ਦੱਸ ਦਿੱਤਾ ਹੈ ਅੱਜ ਦੀ ਵਿਚਾਰ ਦਾ। ਇਹ ਅਨਮਨੀ ਅਵਸਥਾ ਜਿਹੜੀ ਹੈਗੀ ਆ, ਇਹੀ ਅੱਜ ਦੀ ਵਿਚਾਰ ਆ ਔਰ ਇਹੀ ਆਖਰੀ ਪੌੜੀ ਹੈਗੀ ਆ ਇਸ ਗਿਆਨ ਦੀ। ਤੇ ਆਪਾਂ ਨੇ ਅੱਜ ਸ਼ੁਰੂ ਕਰਨਾ ਹੈ
ਅੰਗ 91 91 ਦੇ ਉੱਤੇ। ਔਰ ਆਖਰੀ ਜਿਹੜੀ 21ਵੀਂ ਪੌੜੀ ਲੈ ਰਹੇ ਆ ਇਸ ਸ੍ਰੀ ਰਾਗ ਦੇ ਵਿੱਚ, ਚੌਥੀ ਪਾਤਸ਼ਾਹੀ ਦੀ ਜਿਹੜੀ ਵਾਰ ਹੈਗੀ ਆ। ਸ਼ਲੋਕ ਮਹੱਲਾ ਤੀਜਾ। ਜਿਉ ਪਿੰਡ ਸਭ ਤਿਸਕਾ ਸਭ ਸੇ ਦੇ ਆਧਾਰ। ਦੇਖੋ ਹੁਣ ਮਹਾਰਾਜ ਜਿਹੜੇ ਆਪਾਂ ਨੂੰ ਗਿਆਨ ਦੇ ਰਹੇ ਆ, ਔਰ ਆਪਾਂ ਇਸ ਤੋਂ ਮੁਨੱਕਰ ਨਹੀਂ ਹੋ ਸਕਦੇ, ਕਿਉਂਕਿ ਕਹਿੰਦੇ ਤੇਰਾ ਜਿਉ ਵੀ, ਤੇਰੀ ਆਤਮਾ ਤੇਰੇ ਅੰਦਰ ਜੋ ਵੀ ਬੋਲ ਰਿਹਾ ਆ, ਤੇਰਾ ਸਰੀਰ ਔਰ ਸਾਰਾ ਕੁਛ ਜਿੱਥੇ ਤੂੰ ਹੈਗਾ ਆ, ਜੋ ਕੁਛ ਤੂੰ ਖਾ ਰਿਹਾ ਪੀ ਰਿਹਾ ਹੰਢਾ ਰਿਹਾ ਆ, ਔਰ ਜਿਹੜੇ ਪਰਿਵਾਰ ਦੇ ਨਾਲ, ਜਿਹੜੇ ਸੰਸਾਰ ਦੇ ਨਾਲ ਤੂੰ ਹੈਗਾ, ਇਹ ਸਾਰਾ ਉਸ ਮਾਲਕ ਪਰਮਾਤਮਾ ਦਾ ਹੈਗਾ। ਉਸ ਨੇ ਬਣਾਇਆ ਆ, ਮਾਲਕ ਪਰਮਾਤਮਾ ਨੇ। ਔਰ ਸਾਰਿਆਂ ਨੂੰ ਜਿਹੜਾ ਆਧਾਰ ਦੇ ਰਿਹਾ ਮਾਲਕ ਪਰਮਾਤਮਾ। ਔਰ ਸਾਰੇ ਦੇਖੋ ਪੂਰੀ ਦੀ ਪੂਰੀ ਇੱਕ ਇੱਕ ਜੀਵ ਜਿਹੜਾ ਹੈਗਾ, 84 ਲੱਖ ਜੂਨਾਂ ਦੇ ਜੀਵ ਜਿਹੜੇ ਹੈਗੇ ਆ, ਕਿਸ ਤਰੀਕੇ ਦੇ ਨਾਲ ਖੁਸ਼ਹਾਲ ਹੈਗੇ ਔਰ ਆਪਣਾ ਜਿਹੜਾ ਹੈਗਾ ਜੀਵਨ ਯਾਪਨ ਕਰ ਰਹੇ ਦੁਨੀਆ ਦੇ ਵਿੱਚ। ਇਹ ਦੁਨੀਆ ਦੇ ਵਿੱਚ ਆਪਣੀ ਐਗਜ਼ਿਸਟੈਂਸ ਹੈਗੀ ਤੇ ਉਸ ਮਾਲਕ ਪਰਮਾਤਮਾ ਦੇ ਨਾਲ, ਉਹਦੀ ਵਜ੍ਹਾ ਨਾਲ ਹੈਗੀ, ਜਿਹੜਾ ਕਿ ਦੇ ਕੇ ਜਤਾਉਂਦਾ ਨਹੀਂ ਹੈਗਾ। ਜਿਉ ਪਿੰਡ ਸਭ ਤਿਸਕਾ ਸਭ ਸਹਿ ਦੇ ਆਧਾਰ। ਤੇ ਹੁਣ ਬਣਦਾ ਨਹੀਂ ਉਸ ਐਸੇ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ, ਉਹਨੂੰ ਉਹਦੇ ਬਾਰੇ ਸੋਚਣਾ, ਉਹਨੂੰ ਥੈਂਕਸ ਕਰਨਾ, ਉਸ ਮਾਲਕ ਪਰਮਾਤਮਾ ਨੂੰ ਧਿਆਨ ਕਰਨਾ ਉਹਦਾ। ਇਹ ਜਿਉ ਪਿੰਡ ਸਭ ਤਿਸਕਾ ਸਭ ਸੇ ਦੇ ਆਧਾਰ, ਨਾਨਕ ਗੁਰਮੁਖੇ ਸੇਵੀਏ ਸਦਾ ਸਦਾ ਦਾਤਾਰ। ਕਹਿੰਦੇ ਭਾਈ ਉਸ ਮਾਲਕ ਪਰਮਾਤਮਾ ਨੂੰ, ਉਹ ਜਿਹੜਾ ਤੇਰੇ ਅੰਦਰ ਹੀ ਹੈਗਾ, ਜਿਹਦਾ ਰੂਪ ਰੇਖ ਰੰਗ ਨਹੀਂ ਹੈਗਾ, ਉਸ ਨੂੰ ਜਿਹੜਾ ਜਾਣਨਾ, ਤੈਨੂੰ ਆਪਣੇ ਆਪ ਨੂੰ ਜਾਣਨਾ, ਤੇਰੇ ਅੰਦਰ ਸ਼ੌਕ, ਤੇਰੇ ਅੰਦਰ ਇੱਛਾ ਪੈਦਾ ਨਹੀਂ ਹੁੰਦੀ ਤੇਰੇ ਅੰਦਰ। ਜੇ ਪੈਦਾ ਹੁੰਦੀ ਹੈ ਤੇ ਪਿਆਰਿਆ ਫਿਰ ਬ੍ਰਹਮ ਗਿਆਨ ਲੈ ਕੇ ਤੇ ਉਸ ਮਾਲਕ ਪਰਮਾਤਮਾ ਨੂੰ ਯਾਦ ਕਰ। ਉਹ ਮਾਲਕ ਪਰਮਾਤਮਾ ਨੂੰ ਵੀ ਜਿਹੜਾ ਹੈਗਾ, ਉਹਨੂੰ ਵੀ ਜਿਹੜਾ ਆਪਣੇ ਜੀਵਨ ਦੇ ਵਿੱਚ ਲੈ ਕੇ ਆ। ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦਾਤਾਰ। ਔਰ ਹਰ ਰੋਜ਼ ਜਿਹੜਾ ਹੈਗਾ ਇਹ ਕੰਮ ਹਰ ਰੋਜ਼ ਕਰਨਾ ਚਾਹੀਦਾ, ਤੈਨੂੰ ਹਮੇਸ਼ਾ ਕਰਨਾ ਚਾਹੀਦਾ। ਆ ਕਿਸੇ ਦਾ ਮਾਈਕ ਖੁੱਲ ਗਿਆ ਜੀ, ਦੇਖ ਲੈਣਾ ਪਲੀਜ਼। ਹਾਂ ਜੀ ਨਿਜਰ ਸਾਹਿਬ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਜੀ, ਕਥਾ ਚੱਲ ਰਹੀ ਹੁੰਦੀ ਹੈ ਨਾ, ਉਹਦੇ ਵਿੱਚ ਆ ਕੇ ਜੁੜ ਜਾਇਆ ਕਰੋ ਬਸ। ਫਤਿਹ ਤੁਹਾਡੀ ਵੈਸੇ ਹੀ ਆ ਗਈ, ਜੁੜ ਗਏ ਤੁਸੀਂ ਤੇ ਆ ਗਈ ਫਤਿਹ। ਸ਼ਲੋਕ ਮਹੱਲਾ ਤੀਜਾ। ਜਿਉ ਪਿੰਡ ਸਭ ਤਿਸਕਾ ਸਭ ਸੇ ਦੇ ਆਧਾਰ। ਕਹਿੰਦੇ ਉਹ ਮਾਲਕ ਪਰਮਾਤਮਾ ਦਾ ਸਾਰਾ ਕੁਛ ਹੈਗਾ ਭਾਈ, ਸਾਰਾ ਕੁਛ ਮਾਲਕ ਦਾ ਹੈਗਾ, ਔਰ ਸਾਰਿਆਂ ਨੂੰ ਬਰਾਬਰ ਦੇ ਰਿਹਾ ਮਾਲਕ ਪਰਮਾਤਮਾ। ਕੋਈ ਉਹਨੂੰ ਯਾਦ ਕਰਦਾ ਹੈ, ਨਹੀਂ ਕਰਦਾ ਹੈ, ਉਹ ਸਾਰਿਆਂ ਨੂੰ ਜਿਹੜਾ ਹੈਗਾ ਮਾਲਕ ਪਰਮਾਤਮਾ ਜਿਹੜਾ ਜਿੱਥੇ ਭੇਜਿਆ ਉਹਨੇ ਦੁਨੀਆ ਦੇ ਵਿੱਚ, ਖੇਤ ਇਸ ਧਰਮਸਾਲ ਦੇ ਵਿੱਚ, ਉਹ ਮਾਲਕ ਪਰਮਾਤਮਾ ਸਾਰਿਆਂ ਦੀ ਕੇਅਰ ਕਰ ਰਿਹਾ ਹੈ। ਨਾਨਕ ਗੁਰਮੁਖ ਸੇਵੀ ਹੈ ਸਦਾ ਸਦਾ ਦਾਤਾਰ। ਔਰ ਉਸ ਮਾਲਕ ਪਰਮਾਤਮਾ ਨੂੰ ਕਹਿੰਦੇ ਆਪਾਂ ਨੂੰ ਆਪਣੇ ਜੀਵਨ ਦੇ ਵਿੱਚ ਲਿਆਉਣਾ ਚਾਹੀਦਾ। ਗੁਰਮੁਖ ਦਾ ਮਤਲਬ ਹੈਗਾ ਬਈ ਆਪਾਂ ਨੂੰ ਪਤਾ ਨਹੀਂ ਹੈਗਾ, ਜਿਨ੍ਹਾਂ ਨੇ ਇਹ ਸੇਵਾ ਕੀਤੀ ਹੈਗੀ, ਉਹਨਾਂ ਤੋਂ ਗਾਈਡੈਂਸ ਲੈ ਕੇ ਜਿਹੜਾ ਹੈਗਾ ਹਮੇਸ਼ਾ ਮਾਲਕ ਨੂੰ ਯਾਦ ਕਰਦੇ ਰਹਿਣਾ ਚਾਹੀਦਾ। ਉਹ ਦਾਤੇ ਨੂੰ, ਜਿਹੜਾ ਦਾਤਾ ਹੈ, ਜਿਹੜਾ ਦਾਤ ਦੇ ਕੇ ਜਤਾਉਂਦਾ ਨਹੀਂ। ਹਉ ਬਲਿਹਾਰੀ ਤਿੰਨ ਕੋ ਜਿਨ ਧਿਆਇਆ ਹਰ ਨਿਰੰਕਾਰ। ਜੇ ਕਹਿੰਦੇ ਮੈਂ ਤਾਂ ਬਲਿਹਾਰ ਹਾਂ ਐਸੇ ਜਿਹੜੇ ਹੈਗੇ ਇਨਸਾਨਾਂ ਤੋਂ, ਕਿਉਂਕਿ ਇਹ ਇਨਸਾਨ ਦੇ ਜਾਮੇ ਦੇ ਵਿੱਚ ਹੋ ਸਕਦਾ। ਉੱਥੇ ਜਿਹੜਾ ਸਪਿਰਚੁਅਲ ਜਿਹੜਾ ਹੈਗਾ ਆਪਣਾ, ਜਿਹੜਾ ਹੈਗਾ ਆਪਣੇ ਕੋਲ ਸਪਿਰਚੁਅਲ ਵੀ ਜਿਹੜੀ ਹੈਗੀ ਆਪਣੀ ਚਾਰ ਜਿਹੜੇ ਹੈਗੇ ਆ ਡਾਇਮੈਂਸ਼ਨ, ਸਪਿਰਚੁਅਲ ਡਾਇਮੈਂਸ਼ਨ ਵੀ ਆਪਣਾ ਖੁੱਲ ਜਾਂਦਾ ਹੈ ਸਿਰਫ ਇਨਸਾਨ ਦੇ ਜਾਮੇ 'ਚ। ਕਹਿੰਦੇ ਜਿਨ੍ਹਾਂ ਨੇ ਉਸ ਮਾਲਕ ਦੇ ਵੱਲ ਸੁਰਤ ਕੀਤੀ। ਧਿਆਇਆ ਕੀ ਹੁੰਦਾ? ਸੁਰਤ ਕਰਨੀ, ਧਿਆਨ ਦੇ ਵਿੱਚ ਲੈ ਕੇ ਆਉਣਾ ਉਸ ਮਾਲਕ ਪਰਮਾਤਮਾ ਨੂੰ, ਉਸ ਨਿਰੰਕਾਰ ਨੂੰ ਜਿਹਦਾ ਆਕਾਰ ਨਹੀਂ ਹੈਗਾ। ਜਿਹਨੇ ਆਕਾਰ ਸੰਸਾਰ ਇਹ ਉਹਦੇ ਵਿੱਚ ਹੀ ਹੈਗਾ, ਉਸੇ ਨੇ ਬਣਾਇਆ ਮਾਲਕ ਪਰਮਾਤਮਾ ਨੇ, ਉਹ ਸੰਸਾਰ ਦੇ ਵਿੱਚ ਹੀ ਹੈਗਾ ਉਹ ਨਿਰੰਕਾਰ। ਕਹਿੰਦੇ ਮੈਂ ਤਾਂ ਬਲਿਹਾਰ ਹਾਂ ਐਸੇ ਮਾਲਕ ਪਰਮਾਤਮਾ ਤੋਂ, ਐਸੇ ਮਾਲਕ ਪਰਮਾਤਮਾ ਨੂੰ ਧਿਆਉਣ ਵਾਲਿਆਂ ਤੋਂ, ਜਿਨ੍ਹਾਂ ਨੇ ਐਸੇ ਇਨਸਾਨਾਂ ਤੋਂ, ਐਸੇ ਜਿਹੜੇ ਸਾਧੂਆਂ ਤੋਂ, ਸੰਤਾਂ ਤੋਂ, ਐਸੇ ਜਿਹੜੇ ਹੈਗੇ ਇਨਸਾਨ ਜਿਹੜੇ ਹੈਗੇ ਜਿਨ੍ਹਾਂ ਨੇ ਆਪਣੇ ਸਕੈਡਿਊਲ ਦੇ ਵਿੱਚ, ਆਪਣੀ ਦਿਨਚਰਿਆ ਦੇ ਵਿੱਚ ਉਸ ਮਾਲਕ ਪਰਮਾਤਮਾ ਦੀ ਯਾਦ ਨੂੰ ਵੀ ਲੈ ਕੇ ਆਂਦਾ, ਉਹਦਾ ਵੀ ਧਿਆਨ ਲੈ ਕੇ ਆਏ। ਔਰ ਇਹਦੇ ਐਵਰੇਜ ਦੇ ਵਿੱਚ ਕੀ ਹੁੰਦਾ ਹੈ? ਉਹਨਾਂ ਕੇ ਮੁਖ ਸਦ ਉਜਲੇ
ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਕਹਿੰਦੇ ਉਹਨਾਂ ਦੇ ਮੁੱਖ ਹਮੇਸ਼ਾ ਹੀ ਉੱਜਲ ਹੋ ਜਾਂਦੇ ਆ। ਉਹਨਾਂ ਦੇ ਮੁੱਖ, ਉਹਨਾਂ ਦੀ ਕਾਲਖ ਲੈ ਜਾਂਦੀ ਆ, ਉਹਨਾਂ ਦੇ ਮਨ ਤੋਂ ਜਿਹੜੇ ਹੈਗੇ ਆ ਇਹ ਕਾਰਨ ਸ਼ਰੀਰ ਨਸ਼ਟ ਹੋ ਜਾਂਦਾ ਹੈ ਔਰ ਹਮੇਸ਼ਾ ਵਾਸਤੇ ਉਜਲੇ ਹੋ ਜਾਂਦੇ ਆ। ਔਰ ਸਾਰੀ ਦੁਨੀਆ ਜਿਹੜੇ, ਸਾਰਾ ਸੰਸਾਰ ਜਿਹੜਾ ਹੈਗਾ ਉਹਨਾਂ ਨੂੰ ਉਹਨਾਂ ਦੇ ਅੱਗੇ ਝੁਕਦਾ ਹੈ, ਉਹਨਾਂ ਦਾ ਆਦਰ ਕਰਦਾ ਹੈ। ਹਾਂਜੀ ਵੀਰ ਜੀ। ਠੀਕ ਹੈ ਜੀ। ਸਭ ਤੋਂ ਪਹਿਲਾਂ ਕਹਿ ਰਹੇ ਨੇ ਜੀਉ ਪਿੰਡ ਸਭ ਤਿਸਕਾ ਸਬਸੇ ਦੇ ਆਧਾਰ। ਕਹਿੰਦੇ ਜਿਹੜੀ ਜੀਵ ਹੈ ਅੰਦਰ ਤੇ ਪਿੰਡ ਮਤਲਬ ਸਰੀਰ, ਉਹ ਸਾਰਾ ਉਹ ਜਿਹੜਾ ਹੈ ਉਹਦਾ ਆਧਾਰ ਜਿਹੜਾ ਹੈ ਉਹ ਪ੍ਰਮਾਤਮਾ ਹੈ। ਬਿਲਕੁਲ, ਆਤਮਾ। ਦੇਖੋ ਆਤਮਾ ਕੋਈ ਜੀਵ ਨਹੀਂ ਹੈਗਾ। ਆਤਮਾ ਸੱਚ ਚੇਤਨ ਆਨੰਦ ਆ, ਮੂਵਮੈਂਟਲੈਸ ਸ਼ਕਤੀ ਹੈ। ਉਹ ਇੱਕ ਅਲੱਗ ਪਾਵਰ ਹੈ, ਉਹ ਜੜ ਨਹੀਂ ਆ। ਉਹ ਇਹ ਵੀ ਨਹੀਂ ਹੈਗਾ ਜਿਹੜਾ ਆਪਣਾ ਜੀਵ ਹੈਗਾ, ਜੀਵ ਤੋਂ ਵੀ ਅੱਗੇ ਆ। ਜਦੋਂ ਤੁਸੀਂ ਜੀਵ ਦੇ ਉੱਪਰ ਪਹੁੰਚ ਜਾਂਦੇ ਜੋ, ਨਿਰਵਿਚਾਰ ਹੋ ਕੇ ਤੁਸੀਂ ਜੀਵ ਚ ਪਹੁੰਚ ਗਏ, ਉਹ ਚੇਤਨਾ ਚ ਪਹੁੰਚ ਗਏ। ਉਹ ਚੇਤਨਾ ਦਾ ਮਹਾ ਚੇਤਨਾ ਹੈ ਉਹ ਆਤਮਾ, ਪਰਮਾਤਮਾ, ਪਰਮ ਆਤਮਾ। ਉਹ ਇਹਨੂੰ ਵੀ ਵੇਖ ਲੈਂਦਾ ਹੈ ਨਿੱਜਰ ਸਾਹਿਬ। ਠੀਕ ਹੈ ਜੀ, ਬਿਲਕੁਲ। ਤੇ ਉੱਥੇ ਜਦੋਂ ਤੁਸੀਂ ਪਹੁੰਚੋਗੇ ਤੁਹਾਨੂੰ ਪਤਾ ਲੱਗ ਜਾਏਗਾ ਮੈਂ ਕੀ ਕਹਿ ਰਿਹਾ। ਠੀਕ ਹੈ ਜੀ। ਫਿਰ ਉਹ ਕਹਿੰਦੇ ਆ ਆਧਾਰ ਉਹ ਆ, ਜੀਵ ਦਾ ਆਧਾਰ ਵੀ ਹੈ, ਇਹ ਪਿੰਡ ਦਾ ਵੀ ਆਧਾਰ ਉਹ ਹੈ। ਫਿਰ ਇਹ ਗੱਲ ਕਹਿ ਰਹੇ ਨੇ ਆਪਾਂ ਨੂੰ, ਫਿਰ ਅੱਗੇ ਕੀ ਸਮਝਾ ਰਹੇ ਨੇ? ਕਹਿੰਦੇ ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦਤਾ। ਫਿਰ ਉਹ ਕਹਿੰਦੇ ਕਿ ਕਰਨਾ ਕੀ ਹੈ? ਕਹਿੰਦੇ ਉਸ ਨੂੰ ਸੇਵੀਏ, ਉਹਦੀ ਭਗਤੀ ਕਰੀਏ। ਔਰ ਇਹ ਨਹੀਂ ਇੱਕ ਵਾਰੀ ਕਿਹਾ, ਉਹ ਕਹਿੰਦੇ ਸਦਾ ਸਦਾ, ਬਾਰ ਬਾਰ। ਕਿਉਂਕਿ ਤੈਨੂੰ ਜਿੱਦਾਂ ਤੇਰੀ ਜ਼ਿੰਦਗੀ 'ਚ ਰੋਟੀ ਜ਼ਰੂਰੀ ਆ, ਸਾਹ ਲੈਣਾ ਜ਼ਰੂਰੀ ਹੈ, ਤੈਨੂੰ ਸੌਣਾ ਜ਼ਰੂਰੀ ਹੈ, ਇਸ ਤਰ੍ਹਾਂ ਤੇਰੀ ਜ਼ਿੰਦਗੀ ਦੇ ਵਿੱਚ ਹਰ ਦਿਨ ਮਨ ਦੀ, ਬੁੱਧੀ ਦੀ, ਚਿੱਤ ਦੀ ਉਹ ਜਿਹੜੀ ਸਫਾਈ ਹੋਣੀ ਜ਼ਰੂਰੀ ਹੈ। ਸਦਾ ਸਦਾ ਲਗਾਤਾਰ ਹਰ ਦਿਨ ਗੰਦ ਥੋੜਾ ਜਿਹਾ ਇਕੱਠਾ ਹੋਵੇ, ਨਾਲ ਹੀ ਰਾਤ ਦਿਨੇ ਸਾਫ਼ ਕਰੋ, ਫਿਰ ਤੁਰ ਪੋ, ਰਿਫਾਈਨ ਕਰੋ। ਨਿੱਜਰ ਸਾਹਿਬ ਬਾਰ-ਬਾਰ ਹੀ ਤੇ ਕਹਿ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਵੀ ਉਹ ਗੱਲ ਕਹਿ ਰਿਹਾ, ਖਾਲਸਾ ਨਿਤ ਕਰੇ ਜੰਗ। ਹਾਂ, ਖਾਲਸਾ ਸੋ ਜੋ ਨਿਤ ਕਰੇ ਜੰਗ। ਬਿਲਕੁਲ, ਬਾਰ-ਬਾਰ ਕਹਿ ਰਹੇ ਨੇ। ਉਹ ਕਹਿੰਦੇ ਕਿ ਤੂੰ ਰੋਟੀ ਖਾ ਕੇ ਤੇ ਨਾ ਥੱਕ ਜਾਂਦਾ, ਹਰ ਦਿਨ ਖਾਂਦਾ ਨਾ। ਇਹ ਵੀ ਭਗਤੀ ਕਰਨੀ ਤੇਰੀ ਜ਼ਿੰਦਗੀ ਦਾ ਹਿੱਸਾ ਹੈ। ਉਹ ਨਹੀਂ ਕਰੇਗਾ ਤੇ ਹਾਂਜੀ ਸੋਨੂ ਜੀ ਮਾਈਕ ਬੰਦ ਕਰ ਦਿਓ, ਤੁਹਾਡਾ ਨਾ ਮਾਈਕ ਆਨ ਹੋ ਗਿਆ। ਨਹੀਂ ਜਿੱਥੇ ਤੁਸੀਂ ਕਰ ਦਿਓ, ਇਹਨਾਂ ਨੂੰ ਨਹੀਂ ਪਤਾ ਲੱਗਣਾ। ਹਾਂਜੀ ਹਾਂਜੀ, ਹੋ ਗਿਆ। ਇਹ ਮਤਲਬ ਚੀਜ਼ ਸਮਝੋ ਕਿ ਜ਼ਿੰਦਗੀ ਦਾ ਤੁਹਾਡਾ ਉਹ ਹਿੱਸਾ ਹੋਣਾ ਜ਼ਰੂਰੀ ਆ। ਅੱਜ ਬੰਦੇ ਨੂੰ ਡਿਪਰੈਸ਼ਨ, ਐਂਗਜ਼ਾਇਟੀ, ਚਿੰਤਾ, ਮਾਨਸਿਕ ਬਿਮਾਰੀਆਂ ਕਿੱਥੋਂ ਆਈਆਂ ਨੇ? ਬੰਦਾ ਬੋਰ ਹੋ ਗਿਆ, ਦੁਖੀ ਹੋ ਗਿਆ, ਕਿਉਂਕਿ ਇੱਕ ਕਮਰੇ ਦੇ ਵਿੱਚ ਤੁਸੀਂ ਸਮਾਨ ਸੁੱਟੀ ਜਾਓ ਕਬਾੜ। ਇੱਕ ਸਮਾਂ ਆਊਗਾ ਉਹ ਕਮਰਾ ਨਿੱਜਰ ਸਾਹਿਬ ਤੁਹਾਨੂੰ ਕੁਝ ਲੱਭਣਾ ਹੀ ਨਹੀਂ ਉੱਥੇ ਨਾ। ਹੁਣ ਉਸ ਪਿਆ ਹੋਊਗਾ ਤੁਹਾਡੇ, ਹੁਣ ਤੁਹਾਡੀ ਅਲਮਾਰੀ 'ਚ ਵੈਸੇ ਜੇ ਤੁਸੀਂ ਤਰਤੀਬ ਨਾਲ ਰੱਖੀਆਂ ਹੋਣ ਚੀਜ਼ਾਂ ਤੇ ਇੱਕ ਇੱਕ ਚੀਜ਼ ਜਦੋਂ ਚਾਹੀਏ ਤੁਸੀਂ ਲੱਭ ਸਕਦੇ ਜੋ। ਤੇ ਮੇਰੇ ਵਰਗਾ ਸੁੱਟੀ ਜਾਵੇ, ਅਰੇਂਜ ਹੀ ਨਾ ਕਰੇ ਤੇ ਨਿੱਜਰ ਸਾਹਿਬ ਲੱਭਣ ਜਾਓ ਤੇ ਮੈਨੂੰ ਕੋਈ ਚੀਜ਼ ਮਿਲੂਗੀ ਇੱਥੋਂ? ਨਹੀਂ ਲੱਭਣੀ। ਸਾਡੇ ਮਨ ਦੇ ਅੰਦਰ ਜਿਹੜੀਆਂ ਚੀਜ਼ਾਂ ਪਹਿਲਾਂ ਖਰਾਬ ਹੋਈਆਂ, ਜਿਹੜੀਆਂ ਗੰਦੀਆਂ ਮੰਦੀਆਂ, ਉਹਨੂੰ ਸੈਟਲ ਕਿਦੋਂ ਕਰਨਾ, ਉਹਨੂੰ ਪ੍ਰੋਪਰ ਸੈੱਟ ਕਿਦੋਂ ਕਰਨਾ, ਅਰੇਂਜ ਕਿਦੋਂ ਕਰਨਾ ਹੈ? ਬਿਲਕੁਲ। ਚੀਜ਼ ਗੋਰਖੀ ਸਾਹਿਬ ਲੱਭਣ ਜਾਵਾਂਗੇ ਨਾ, ਆਪਾਂ ਨੂੰ ਜਿਹੜੀ ਚੀਜ਼ ਲੱਭਣ ਜਾਵਾਂਗੇ ਉਹ ਤਾਂ ਨਹੀਂ ਮਿਲਣੀ, ਭਾਵੇਂ ਹੋਰ ਕੁਛ ਭਾਵੇਂ ਮਿਲ ਜੂਗਾ, ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਹੈਗਾ। ਨਿੱਜਾ ਸਾਹਿਬ ਉਹੀ ਮਿਲਦਾ ਜਿਹੜਾ ਬਾਰ-ਬਾਰ ਅਲਮਾਰੀ 'ਚ ਬਾਹਰ ਡਿੱਗ ਦਿੰਦੇ ਆ। ਬਿਲਕੁਲ, ਉੱਪਰਲੀਆਂ ਫਾਈਲਾਂ। ਠੀਕ ਹੈ ਜੀ। ਉਹ ਕਹਿੰਦੇ ਆ ਕਿ ਗੁਰਮੁਖ ਦਾ ਮਤਲਬ ਇਹੋ ਹੀ ਆ ਕਿ ਉਹਨਾਂ ਦੀ ਸੰਗਤ 'ਚ ਬੋ। ਹੁਣ ਆਪਾਂ ਗੁਰੂਆਂ ਦੀ ਸੰਗਤ ਕਰ ਰਹੇ ਹਾਂ, ਕਹਿੰਦੇ ਬਾਰ-ਬਾਰ ਕਰੋ ਜੀ, ਭਗਤੀ ਕਰਦੇ ਰਹੋ, ਪਿੱਛੇ ਨਾ ਹੋ। ਠੀਕ ਹੈ ਜੀ, ਬਿਲਕੁਲ। ਆ ਵੀ ਉੱਪਰ ਦੱਸਿਆ ਹੋਣਾ, ਕਹਿੰਦੇ ਜਿਹੜਾ ਜੀਵ ਤੇ ਪਿੰਡ, ਸਰੀਰ ਦਾ ਤੇ ਆਤਮਾ ਦਾ ਅੰਦਰ ਜਿਹੜਾ ਤੇਰਾ ਕਾਰਨ ਸਰੀਰ, ਉਹਦਾ ਜਿਹੜਾ ਆਧਾਰ ਆ, ਉਹਦੀ ਲਗਾਤਾਰ ਭਗਤੀ ਕਰੀ ਜਾ। ਔਰ ਜੇ ਤੇਰਾ ਮਨ ਟੁੱਟ ਵੀ ਜਾਵੇ ਤੇ ਬਾਣੀ ਦਾ ਸੰਗ ਨਾ ਛੱਡੀ। ਠੀਕ ਹੈ ਜੀ, ਬਿਲਕੁਲ। ਫਿਰ ਕਹਿੰਦੇ ਹਰ ਬਲਿਹਾਰੀ ਤਿੰਨ ਧਿਆਇਆ ਹਰਿ ਨਿਰੰਗ। ਹਾਂ ਬਲਿਹਾਰੀ ਤਿੰਨ ਕੋ, ਕਹਿੰਦੇ ਮੈਂ ਤਾਂ ਬਲਿਹਾਰ ਆ ਜਿਹੜੇ ਆਹ ਕਾਰਵਾਈ ਕਰਦੇ ਆ, ਜਿਹੜੇ ਧਿਆਨ ਸਿਮਰਨ ਕਰਦੇ ਆ ਉਸ ਨਿਰੰਕਾਰ ਦਾ। ਹਾਂਜੀ ਵੀਰ ਜੀ। ਕਹਿੰਦੇ ਕਿ ਜਿਨ੍ਹਾਂ ਨੇ ਇਸ ਕੰਮ ਕਰ ਲਿਆ ਤੇ ਮੈਂ ਉੱਥੋਂ ਬਲਿਹਾਰੀ ਜਾਂਦਾ। ਆਪਾਂ ਕਹਿੰਦੇ ਨੀ
ਮਾਂ ਨਹੀਂ ਕਹਿੰਦੀ ਵੀ ਪੁੱਤ ਮੈਂ ਤੇਰੇ ਤੋਂ ਬਲਿਹਾਰੇ ਜਾਵਾਂ, ਬਿਲਕੁਲ ਕੁਰਬਾਨ ਜਾਵਾਂ। ਉਹ ਕਹਿੰਦੇ ਮੈਂ ਇਹਨਾਂ ਤੋਂ ਕੁਰਬਾਨ ਜਾਣਾ ਜਿਹੜਾ ਇਹ ਕੰਮ ਕਰਦੇ ਆ। ਆਪ ਜਸਟ ਸੋਚੋ ਕਿੰਨੀ ਵੱਡੀ ਗੱਲ ਹੈ, ਕਿੱਡਾ ਵੱਡਾ ਆਸ਼ੀਰਵਾਦ ਦੇ ਰਹੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਣਾ। ਜਿਨ੍ਹਾਂ ਦੀ ਜਿਹੜੇ ਸਦਾ ਸਦਾ ਇਸ ਰਸਤੇ ਵੱਲ ਤੁਰੇ ਜਾ ਰਹੇ ਨੇ, ਚਾਹੇ ਮੇਰੇ ਵਰਗਾ ਭਾਵੇਂ ਕੀੜੀ ਦੀ ਚਾਲੇ ਤੁਰਿਆ, ਪਰ ਨਿੱਜੇ ਸਭ ਤੁਰੀ ਤੇ ਕੀੜੀ ਨਹੀਂ ਮਾਣ। ਬਿਲਕੁਲ। ਤੇ ਖਲੋਤਾ ਤੇ ਭਾਵੇਂ ਕਿਨੋਂ ਖਰਗੋਸ਼ ਵਾਂਗੂ ਟਪੂਸੀਆਂ ਮਾਰ ਕੇ ਖਲੋਤੇ ਰਹੋ, ਭਾਵੇਂ 100 ਸਾਲ ਚ। ਕਈ ਬੰਦੇ ਕੰਮ ਇੰਨੇ ਜੱਲੇ ਹੁੰਦੇ, ਕੰਮ ਨਿਬੇੜਦੇ ਨਹੀਂ, ਤੇ ਕਈ ਬੰਦੇ ਕੀੜੀ ਚਾਲੇ ਤੁਰੇ ਜਾਂਦੇ, ਇੱਕ ਸਮਾਂ ਦਾ ਕੰਮ ਨਿਬੜ ਜਾਂਦਾ ਹੈ। ਪਹੁੰਚਦਾ ਮੰਜ਼ਿਲ ਤੇ ਉਹੀ ਆ ਜਿਹੜਾ ਤੁਰਿਆ ਜਾਂਦਾ, ਤੇ ਜਿਹੜਾ ਇੱਥੇ ਟਪੂਸੀਆਂ ਮਾਰਦਾ ਫਿਰਦਾ ਉਹ ਨਹੀਂ ਪਹੁੰਚਦਾ, ਉਹ ਇੱਥੇ ਘੁੰਮਦਾ ਹੀ ਰਹਿ ਜਾਂਦਾ। ਠੀਕ ਹੈ ਨਜਾ ਸਾਹਿਬ, ਅੱਗੇ ਚੱਲੀਏ। ਉਹ ਤੋਂ ਬੋਲੋ। ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਆਹ ਬਾਈ ਪ੍ਰੋਡਕਟ ਹੈਗਾ, ਦੇਖ ਲਓ ਭਾਈ। ਪਰਮੇਸ਼ਰ ਨੂੰ ਧਿਆਨ ਦੇ ਵਿੱਚ ਲਿਆਉਣ ਦੇ ਨਾਲ, ਜਿਹੜਾ ਸਾਰਿਆਂ ਨੂੰ ਆਧਾਰ ਦੇ ਰਿਹਾ ਆ, ਉਹਦੇ ਨਾਲ ਕਹਿੰਦੇ ਆਹ ਚੀਜ਼ ਤੈਨੂੰ ਆਪਣੇ ਆਪ ਹੀ ਮਿਲ ਜਾਣੀ ਆ। ਆਹ ਦੇਖੋ ਕੀ ਇਨਾਮ ਦੇ ਰਿਹਾ। ਸੰਸਾਰ ਦੇ ਵਿੱਚ ਮੁੱਖ ਉਜਲੇ ਹੋ ਜਾਣੇ ਆ ਭਾਈ, ਸਾਰੇ ਜਗਤ ਜਿਹੜਾ ਹੈਗਾ ਸੋਭਾ ਗਾਊਗਾ। ਹਾਂਜੀ ਵੀਰ ਜੀ। ਉਜਲੇ ਦਾ ਮਤਲਬ ਸਾਧ ਸੰਗਤ ਜੀ ਉਹ ਹੋਇਆ ਕਿ ਉਹ ਬੰਦੇ ਮੁਕਤ ਹੋ ਜਾਂਦੇ, ਆਪ ਮੁਕਤ ਕਰੇ ਸੰਸਾਰ। ਫਿਰ ਕਹਿੰਦੇ ਸੰਗਤ ਸਹੁੰ ਖਾ ਲੈਂਦੀ ਆ ਕਿ ਅਸੀਂ ਸਹੁੰ ਖਾਂਦੇ ਆ ਕਿ ਉਹ ਬੰਦਾ ਇਹ ਕੰਮ ਨਹੀਂ ਕਰ ਸਕਦਾ। ਜਗਤ ਦਾ ਮਤਲਬ ਇਹ ਰੈਪੂਟੇਸ਼ਨ ਬਣ ਜਾਂਦੀ ਉਹ ਬੰਦੇ ਦੀ, ਕਿਉਂਕਿ ਉਹ ਇੱਕ ਐਸਾ ਜੀਵਨ ਲੈ ਕੇ ਚੱਲ ਰਿਹਾ। ਆਪ ਕੀ ਸੋਚਦੇ ਹੋ, ਇੱਥੇ ਕੋਈ ਲਾਈਟ ਹੋਵੇ ਤਾਂ ਪਤਾ ਨਾ ਲੱਗੇ? ਲੱਗੂਗਾ ਪਤਾ, ਲੋਕਾਂ ਨੂੰ ਪਤਾ ਹੋਊ, ਭਾਵੇਂ 20-25 ਬੰਦਿਆਂ ਨੂੰ ਪਤਾ ਹੋਵੇ। ਜਿੱਥੇ ਵੀ ਐਸਾ ਬੰਦਾ ਬੈਠਾ ਹੈ ਉੱਥੇ ਲੋਕਾਂ ਨੂੰ ਪਤਾ ਹੈ ਕਿ ਇਹ ਕਾਮ ਬੰਦਾ ਨਹੀਂ ਹੈ ਉਹ, ਕਿਉਂਕਿ ਉਹ ਵੇਖਿਆ ਉਹਦਾ ਜੀਵਨ ਉਹ ਚੀਜ਼ ਦਾ ਸਬੂਤ ਦਿੰਦਾ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਸਬੂਤ ਦਿੰਦਾ, ਕਿਉਂਕਿ ਉਹ ਚੱਲ ਰਹੇ ਨੇ ਉੱਧਰ। ਔਰ ਜਦੋਂ ਚੱਲ ਰਹੇ ਨੇ ਤੇ ਆਂਢੀ ਗੁਆਂਢੀ ਕੋਈ ਇਹ ਚੀਜ਼ ਲੁਕੀ ਨਹੀਂ ਰਹਿ ਸਕਦੀ। ਬੇਸ਼ੱਕ ਉਹਨਾਂ ਦੇ 20 ਦੁਸ਼ਮਣ ਹਨ ਤੇ ਉਹਨਾਂ ਦੇ 100 ਸੱਜਣ ਵੀ ਹਨ ਨਜਾ ਸਾਹਿਬ। ਕਿਉਂਕਿ ਓਪੋਜੀਸ਼ਨ ਨੇ ਤੇ ਥੋੜਾ ਉਹਨੂੰ ਹਾਈਲਾਈਟ ਕਰਨਾ ਹੁੰਦਾ ਨਾ। ਜਦ ਤੱਕ ਓਪੋਜੀਸ਼ਨ ਨਹੀਂ ਹੈਗੀ ਤੁਹਾਡੀ ਮਸ਼ਹੂਰੀ ਨਹੀਂ ਹੋਣੀ, ਤੁਹਾਨੂੰ ਜਾਣਨਾ ਨਹੀਂ ਕਿਸੇ ਨੇ। ਓਪੋਜੀਸ਼ਨ ਵੀ ਤੁਹਾਡਾ ਪ੍ਰਚਾਰ ਕਰਦੀ ਹੈ, ਉਹ ਕਿ ਦੂਜੇ ਤਰੀਕੇ ਨਾਲ ਕਰਦੀ ਹੈ, ਮਸ਼ਹੂਰ ਕਰਦੀ ਹੈ ਬੰਦੇ ਨੂੰ, ਪਰ ਉਹ ਵੀ ਇੱਕ ਤੁਹਾਡੀ ਪਬਲਿਸਿਟੀ ਹੈ। ਠੀਕ ਹੈ ਜੀ। ਹਾਂਜੀ ਨਜਾ ਸਾਹਿਬ, ਅੱਗੇ ਚੱਲੀਏ। ਅੱਗੇ ਮਹੱਲਾ ਤੀਜਾ। ਸਤਿਗੁਰ ਮਿਲਾ ਉਲਟੀ ਪਈ, ਨੌ ਨਿਧ ਖਰਚਿਓ ਖਾਓ। ਕਹਿੰਦੇ ਬਸ ਜਿਨ੍ਹਾਂ ਨੇ ਇਹ ਭਗਤੀ, ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕਰਕੇ, ਜਿਨ੍ਹਾਂ ਨੇ ਬ੍ਰਹਮ ਗਿਆਨ ਲੈ ਕੇ ਉਸ ਦੇ ਅਨੁਸਾਰ ਜਿਹੜੀ ਹੈਗੀ ਆ ਯਾਤਰਾ ਕਰਨੀ ਸ਼ੁਰੂ ਕਰ ਦਿੱਤੀ, ਪਰਮਾਤਮਾ ਨੂੰ ਆਪਣੇ ਜੀਵਨ 'ਚ ਲੈ ਕੇ ਆ ਗਏ। ਕਹਿੰਦੇ ਭਾਈ ਉਹ ਸਤਿਗੁਰੂ ਨੂੰ ਮਿਲ ਕੇ ਉਲਟੀ ਹੋ ਗਈ। ਸਤਿਗੁਰ ਜਿਹੜਾ ਹੈਗਾ ਬਾਣੀ ਨੇ ਡਿਫਾਈਨ ਕੀਤਾ ਹੈ। ਸੁਖਮਨੀ ਸਾਹਿਬ ਦੇ ਵਿੱਚ 18ਵੀਂ ਅਸ਼ਟਪਦੀ ਸ਼ੁਰੂ ਹੁੰਦੀ ਹੈ ਇੱਥੋਂ ਹੀ, ਬਈ ਸਤਿਪੁਰਖ ਜਿਨੇ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੇ ਸੰਗ ਸਿੱਖ ਉਧਰੇ, ਨਾਨਕ ਹਰ ਗੁਣ ਗਾਓ। ਆਹ ਡੈਫੀਨੇਸ਼ਨ ਹੈ ਸਤਿਗੁਰੂ ਦੀ। ਕਹਿੰਦੇ ਉਸ ਸਤਿਗੁਰੂ ਨੂੰ, ਬ੍ਰਹਮ ਗਿਆਨੀ ਨੂੰ ਮਿਲ ਕੇ ਉਲਟੀ ਪਈ। ਕਹਿੰਦੇ ਸੰਸਾਰ ਤੋਂ ਇਹ ਜੀਵਨ ਦਾ ਪ੍ਰਯੋਜਨ ਹੀ ਨਹੀਂ ਸੀਗਾ ਕੋਈ। ਜੀਵਨ ਦਾ ਪ੍ਰਯੋਜਨ ਪਦਾਰਥ, ਸੰਸਾਰ ਦੇ ਪਦਾਰਥ। ਔਰ ਜਦ ਜੀਵਨ ਜਿਹੜਾ ਹੈਗਾ, ਜਦ ਆਪਣਾ ਸਰੀਰ ਜਿਹੜਾ ਹੈਗਾ, ਇਹੀ ਜਿਹੜਾ ਹੈਗਾ ਟਾਈਮ ਬਾਉਂਡ ਹੈਗਾ, ਤੇ ਪਦਾਰਥ ਕਿੱਥੇ ਲੈ ਕੇ ਜਾਵਾਂਗੇ ਆਪਾਂ? ਕਹਿੰਦੇ ਇਸ ਤੋਂ ਉਲਟੀ ਹੋ ਗਈ ਭਾਈ। ਉਹ ਮਾਲਕ ਪਰਮਾਤਮਾ ਦੀ ਭਗਤੀ ਜਿਹੜਾ ਹੈਗਾ, ਪਰਮਾਤਮਾ ਦੀ ਜਿਹੜੀ ਹੈਗੀ ਆ ਧਿਆਨ, ਉਹ ਆਪਣੇ ਜੀਵਨ 'ਚ ਆਇਆ। ਨੌ ਨਿਧ ਖਰਚਿਓ ਖਾਓ। ਕਹਿੰਦੇ ਬਾਈ ਪ੍ਰੋਡਕਟ ਕਹਿੰਦੇ 9 ਨਿਧੀਆਂ 18 ਸਿੱਧੀਆਂ ਕਹਿੰਦੇ ਪਿੱਛੇ ਲੱਗੀਆਂ ਫਿਰਦੀਆਂ ਹੈ ਭਾਈ। 9 ਨਿਧ ਖਰਚਿਓ ਖਾਓ। ਜੀਵਨ ਇੰਨਾ ਸੋਹਣਾ ਹੋ ਗਿਆ, 18 ਸਿੱਧੀ ਪਿੱਛੇ ਲੱਗੀਆਂ ਫਿਰਨ, ਨਿਜ ਕਰ ਵਸੈ ਨਿਜ ਥਾਏ। ਔਰ ਜਿਹੜੀਆਂ ਸਿੱਧੀਆਂ ਦੇ ਪਿੱਛੇ ਸਿੱਧ ਲੋਕੀ ਜਿਹੜੇ ਹੈਗੇ ਤਰਲੇ ਕੱਢਦੇ ਆ, ਔਰ ਪਾਵਰਸ ਜਿਹੜੀਆਂ ਹੈਗੀਆਂ ਕਹਿੰਦੇ ਉਹ ਤਾਂ ਪਿੱਛੇ ਲੱਗੀਆਂ ਫਿਰਦੀਆਂ ਉਹਨਾਂ ਦੇ, ਬਈ ਸਾਨੂੰ ਯੂਜ਼ ਕਰ ਲਓ। 18 ਸਿੱਧੀ ਪਿੱਛੇ ਲੱਗੀਆਂ ਫਿਰਨ, ਨਿਜ ਕਰ ਵਸੈ ਨਿਜ ਥਾਏ। ਜਿਹੜਾ ਇਨਸਾਨ ਨਿਜ ਘਰ ਦੇ ਵਿੱਚ ਵਿਚਾਰ ਸ਼ੂਨਯ ਜਿਹੜਾ ਹੈਗਾ, ਇਹ ਵਿਚਾਰ ਮੰਡਲ ਤੋਂ ਉੱਪਰ ਸੁੰਨ ਮੰਡਲ ਦੇ ਵਿੱਚ ਆ ਗਿਆ। 18 ਸਿੱਧੀ ਪਿੱਛੇ ਲੱਗੀਆਂ ਫਿਰਨ, ਨਿਜ ਘਰ ਨਿਜ ਵਸੈ ਨਿਜ ਥਾਏ। ਅਨਹਦ ਧੁਨੀ ਸਦ ਵੱਜਦੇ, ਉਨ ਮਨ ਹਰ ਲਿਵ ਲਾਏ। ਕਹਿੰਦੇ ਉਹਦੇ ਅੰਦਰ ਤਾਂ ਅਨਹਦ ਧੁਨੀਆਂ ਜਿਹੜੀਆਂ ਹੈਗੀਆਂ ਹਮੇਸ਼ਾ ਹੀ ਵੱਜਦੀਆਂ। ਉਹ ਮਾਲਕ ਪਰਮਾਤਮਾ ਦਾ ਜਿਹੜਾ ਹੈਗਾ ਸੁੰਨ ਜਿਹੜਾ ਹੈਗਾ ਸ਼ਬਦ ਜਿਹੜਾ ਹੈ ਉਹਨਾਂ ਦੇ ਅੰਦਰ ਆਟੋਮੈਟਿਕਲੀ ਚੱਲਦਾ ਹੈ ਭਾਈ। ਔਰ ਉਹਨਾਂ ਦੀ ਉਨਮਨੀ ਅਵਸਥਾ ਹੋ ਜਾਂਦੀ ਆ, ਮਨ ਤੋਂ ਉੱਪਰ ਹੋ ਜਾਂਦੇ ਆ। ਉਹ ਜਿਹੜੇ ਕਾਰਨ ਸਰੀਰ ਨੂੰ ਵੇਧ ਲੈਂਦੇ ਆ, ਉਹਨਾਂ ਦੀ ਲਿਵ ਲੱਗ ਜਾਂਦੀ ਆ ਪਰਮੇਸ਼ਰ ਦੇ ਨਾਲ, ਸੁੰਨ ਦੇ ਨਾਲ। ਅਨਹਦ ਧੁਨੀ ਸਦ ਵੱਜਦੇ, ਉਨ ਮਨ ਹਰ ਲਿਵ ਲਾਏ।
ਨਾਨਕ ਹਰ ਭਗਤ ਤਿਨਾ ਕੈ ਮਨ ਵਸੈ ਜਿਨ ਮਸਤਕ ਲਿਖਿਆ ਤੁਰ ਪਾਏ। ਕਹਿੰਦੇ ਆ ਭਗਤੀ ਜਿਹੜੀ ਹੈਗੀ ਉਹਨਾਂ ਦੇ ਮਨ ਦੇ ਵਿੱਚ ਵਸਦੀ ਆ ਭਾਈ, ਉਹਨਾਂ ਦੇ ਜੀਵਨ ਦਾ ਪ੍ਰਯੋਜਨ ਹੋ ਜਾਂਦੀ ਆ ਆ ਭਗਤੀ। ਜਿਨ੍ਹਾਂ ਨੇ ਇਸ ਪਾਸੇ ਖੇਤ ਦੇ ਵਿੱਚ ਸਰੀਰ ਦੇ ਵਿੱਚ ਕੁਛ ਬੀਜਿਆ ਹੁੰਦਾ ਹੈ ਭਗਤੀ ਦਾ ਦਾਣਾ, ਜਿਨ੍ਹਾਂ ਨੇ ਭਗਤੀ ਬੀਜੀ ਹੁੰਦੀ ਆ ਉਹੀ ਉਹਨਾਂ ਦੇ ਧੁਰੋਂ ਫਿਰ ਜਿਹੜੀ ਹੈਗੀ ਉਹ ਮਾਲਕ ਪਰਮਾਤਮਾ ਨੇ ਸਿਸਟਮ ਐਸਾ ਬਣਾਇਆ ਕਿ ਭਾਈ ਇੱਕ ਸਰੀਰ ਦੇ ਵਿੱਚ ਜੋ ਮਰਜ਼ੀ ਬੀਜ ਲਾ ਉਹਨੇ ਮਲਟੀਪਲਾਈ ਹੋ ਜਾਣਾ, ਉਹ ਤੇਰੇ ਮੱਥੇ 'ਤੇ ਲਿਖ ਕੇ ਆ ਜਾਣਾ ਹੈ ਭਾਈ, ਉਹ ਤੇਰੇ ਪਿਛਲੇ ਸੰਸਕਾਰ ਬਣ ਜਾਣੇ ਆ। ਨਾਨਕ ਹਰ ਭਗਤ ਤਿਨਾ ਕੈ ਮਨ ਵਸੈ ਜਿਨ ਮਸਤਕ ਲਿਖਿਆ ਤੁਰ ਪਾਏ। ਜਿਨ੍ਹਾਂ ਨੇ ਬੀਜਿਆ ਆ ਉਹਨਾਂ ਦੇ ਪੱਲੇ ਆ ਭਗਤੀ ਆ ਜਾਂਦੀ ਆ, ਉਹਨਾਂ ਦਾ ਪ੍ਰਯੋਜਨ ਹੀ ਭਗਤੀ ਹੋ ਜਾਂਦਾ ਹੈ। ਉਹਨਾਂ ਦਾ ਸਭ ਤੋਂ ਉਹਨਾਂ ਦੀ ਇੱਛਾ ਜਿਹੜੀ ਹੈਗੀ ਉਹਨਾਂ ਦਾ ਬੈਂਟ ਆਫ ਮਾਈਂਡ ਜਿਹੜਾ ਹੈਗਾ, ਉਹਨਾਂ ਦੀ ਰੁਚੀ ਜਿਹੜੀ ਹੈਗੀ ਆ ਉਹ ਭਗਤੀ ਹੋ ਜਾਂਦੀ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਦੇਖੋ ਫਿਰ ਸਾਧ ਸੰਗਤ ਜੀ ਕੀ ਕਹਿ ਰਹੇ ਨੇ, ਸਤਿਗੁਰ ਮਿਲੀਏ ਉਲਟੀ ਪਈ ਨਵਨਿਧ ਖਰਚਿਓ ਖਾਓ। ਕਹਿੰਦੇ ਸਭ ਤੋਂ ਪਹਿਲੀ ਗੱਲ ਤੇ ਉਹ ਜੀ ਉਹ ਜਦੋਂ ਗੁਰਮੁਖਾਂ ਦੀ ਸੰਗਤ ਮਿਲ ਜਾਂਦੀ ਫਿਰ ਕੀ ਹੁੰਦਾ, ਇਹ ਜੇਕਰ ਤੁਸੀਂ ਸੰਗਤ ਕਰੀ ਜਾਂਦੇ ਹੋ ਤੁਹਾਡੇ ਜੀਵਨ ਦੀ ਦਿਸ਼ਾ ਹੀ ਬਦਲ ਜਾਣੀ, ਬਿਲਕੁਲ ਬਦਲ ਜਾਣੀ। ਬੜਾ ਬਾਣੀ ਵੇਖੋ, ਹਾਂ ਜੇ ਨਾ ਬਦਲੀ ਤੇ ਫਿਰ ਗੜਬੜਿਆ ਪਿਆ, ਕਿਉਂਕਿ ਉਹ ਏਦਾਂ ਹੋ ਨਹੀਂ ਸਕਦਾ। ਜਦੋਂ ਆਪਾਂ ਬਾਣੀ ਦਾ ਪ੍ਰਭਾਵ ਆਪਣੇ ਜੀਵਨ 'ਚ ਲੈ ਕੇ ਆਉਂਦੇ ਹਾਂ, ਤੁਹਾਡਾ ਜੀਵਨ ਬਦਲਣਾ ਹੀ ਬਦਲਣਾ ਹੈ, ਤੁਸੀਂ ਰੋਕ ਨਹੀਂ ਸਕਦੇ ਉਹਨੂੰ, ਕਿਉਂਕਿ ਉਹ ਚੇਤਨਾ ਬਹੁਤ ਪਾਵਰਫੁਲ ਹੈ। ਇਸੇ ਕਰਕੇ ਜਦੋਂ ਕੋਈ ਬੰਦਾ ਭੱਜ ਜਾਂਦਾ ਉਹਦੀ ਗੱਲ ਵੱਖਰੀ ਹੈ, ਕਿਉਂਕਿ ਉਹਦੇ ਕੋਲ ਬਰਦਾਸ਼ਤ ਨਹੀਂ ਹੋ ਰਿਹਾ, ਉਹਦੇ ਜਿਹੜਾ ਕਾਰਨ ਸਰੀਰ ਆ ਉਹਨੂੰ ਵਿਚਾਰੇ ਨੂੰ ਟਿਕਣ ਨਹੀਂ ਦਿੰਦਾ, ਉਹ ਚੰਚਲ ਹੋ ਚੁੱਕਿਆ। ਫਿਰ ਉਹ ਕੀ ਕਰਦਾ, ਫਿਰ ਉਹਦੇ ਅੰਦਰ ਜਿਹੜੀਆਂ ਪਾਵਰ, ਜਿਹੜੀ ਗੰਦੀ ਪਾਵਰ ਜ਼ਿਆਦਾ ਹੁੰਦੀ ਹੈ, ਚੰਗੀ ਪਾਵਰ ਘੱਟ ਹੁੰਦੀ, ਕਿਉਂਕਿ ਇਹਨੇ ਕਿਤੇ ਉਹਨੂੰ ਖਵਾਇਆ ਹੀ ਨਹੀਂ, ਉਹਨੂੰ ਭੁੱਖਾ ਮਾਰ ਛੱਡਿਆ। ਤੇ ਫਿਰ ਉਹ ਜਦੋਂ ਉਹਨਾਂ ਲੋਕਾਂ 'ਚ ਬਹਿੰਦਾ ਜਿੱਥੇ ਚੰਗੀ ਪਾਵਰ ਹੁੰਦੀ ਹੈ, ਉਹਨੂੰ ਫਿਰ ਇਨਫੀਰੀਟੀ ਲੱਗਦੀ ਹੈ, ਕਿਉਂਕਿ ਬਾਰ ਬਾਣੀ 'ਚ ਪੇੜਾ ਮਾਰਦੀ ਹੈ, ਉਹ ਜਲੀਲ ਹੋ ਜਾਂਦਾ, ਉਹ ਫਿਰ ਲੈਫਟ ਕਰ ਜਾਂਦਾ, ਉੱਥੇ ਨਹੀਂ ਜਾਂਦਾ, ਕਿਉਂਕਿ ਉਹਨੂੰ ਬੜਾ ਫੀਲ ਜਿਹਾ ਲੱਗਦਾ ਕਿ ਯਾਰ ਮੈਂ ਇਹ ਰੋਜ਼ ਜਿਹੜੀ ਮੇਰੀ ਬੇਇੱਜ਼ਤੀ ਹੁੰਦੀ ਇਹਦੇ ਨਾਲ ਚੰਗਾ ਸੋਹਣਾ ਹੀ ਨਾ, ਭੱਜ ਜੋ, ਛੱਡ ਕੇ ਭੱਜੋ। ਇਹੋ ਕਹਿੰਦੇ ਬਾਣੀ ਕਹਿੰਦੇ ਕਿ ਜੀਵਨ ਦੀ ਦਿਸ਼ਾ ਬਦਲ ਜਾਂਦੀ ਹੈ ਜਦੋਂ ਤੁਸੀਂ ਬ੍ਰਹਮ ਗਿਆਨੀ ਦੀ ਸੰਗਤ ਕਰਦੇ। ਜੋ ਹੁਣ ਬ੍ਰਹਮ ਗਿਆਨੀ ਦੀ ਆਪਾਂ ਸੰਗਤ ਕਰ ਰਹੇ ਹਾਂ, ਉਹ ਸਾਨੂੰ ਸਮਝਾ ਰਹੇ ਨੇ। ਹੁਣ ਤੁਸੀਂ ਇੰਨੇ ਟਾਈਮ ਤੋਂ ਸੰਗਤ ਕਰ ਰਹੇ ਜੋ, ਤੁਹਾਨੂੰ ਪਤਾ ਹੈ 2% 5% ਵੀ ਜੇ ਸਾਡੇ ਜੀਵਨ 'ਚ ਮਲੀਨਤਾ ਦੂਰ ਹੋ ਗਈ ਤਾਂ ਕਾਫੀ ਵੱਡੀ ਪ੍ਰੋਗਰੈਸ ਹੈ। ਬਾਣੀ ਨੇ ਅੱਗੇ ਕਹਿ ਦੇਣਾ, ਅੱਗੇ ਬੋਲੋ ਨਿਜਾ ਸਾਹਿਬ। ਹਾਂ ਕਹਿੰਦੇ 9 ਨਿਧੀਆਂ ਤੇ 18 ਸਿੱਧੀਆਂ ਕਹਿੰਦੇ ਪਿੱਛੇ ਲੱਗੀਆਂ ਫਿਰਦੀਆਂ ਆ ਭਾਈ। ਜਿਹਦਾ ਵਿਚਾਰ ਸ਼ੂਨਯ, ਜਿਹਦਾ ਮਨ ਕੇਂਦਰਿਤ ਹੋ ਗਿਆ, ਜਿਹਦੇ ਜਿਹੜੇ ਹੈਗੇ ਵਿਚਾਰ ਬੰਦ ਹੋ ਗਏ, ਨਿਜ ਥਾਂ ਤੇ ਆ ਗਿਆ, ਉਹ ਨਿਜ ਪਦ ਚੌਥੇ ਪਦ ਦੇ ਵਿੱਚ ਆ ਗਿਆ, ਜਿਹੜਾ ਆਤਮਿਕ ਅਡੋਲਤਾ ਆ ਗਈ ਜਿਹਦੇ ਅੰਦਰ। 18 ਸਿੱਧੀ ਪਿੱਛੇ ਲੱਗੀਆਂ ਫਿਰਨ, ਨਿਜ ਕਰ ਵਸੈ ਨਿਜ ਥਾਏ, ਅਨਹਦ ਧੁਨੀ ਸਦ ਵੱਜਦੇ ਉਨ ਮਨ ਹਰ ਲਿਵ ਲਾਏ। ਕਹਿੰਦੇ ਉਹਦੇ ਅੰਦਰ ਹਮੇਸ਼ਾ ਹੀ ਧੁਨੀ ਜਿਹੜੀ ਹੈਗੀ ਆ ਉਹ ਮਾਲਕ ਪਰਮਾਤਮਾ ਦੀ ਸ੍ਰਿਸ਼ਟੀ 'ਚ ਜਿਹੜਾ ਸ਼ਬਦ ਵੱਜ ਰਿਹਾ ਉਹਨਾਂ ਦੇ ਅੰਦਰ ਵੱਜਦਾ ਹੈ ਭਾਈ, ਔਰ ਉਨਮਨੀ ਅਵਸਥਾ ਹੋ ਜਾਂਦੀ ਹੈ, ਮਨ ਤੋਂ ਉੱਪਰ ਹੋ ਜਾਂਦੇ, ਮਨ ਨੂੰ ਵੇਧ ਲਿਆ ਉਹਨਾਂ ਨੇ। ਹਾਂਜੀ ਵੀਰ ਜੀ, ਉਹਨਾਂ ਦੀ ਲਿਵ ਲੱਗ ਜਾਂਦੀ ਹੈ। ਹਾਂਜੀ ਬਿਲਕੁਲ ਜੀ, ਉਹ ਗੱਲ ਹੋ ਜਾਂਦੀ ਹੈ ਕਿ ਨਿਰਵਿਚਾਰ ਅਵਸਥਾ 'ਚ ਸਥਿਰ ਹੋ ਜਾਂਦੇ ਆ। ਤੇ ਨਿਰਵਿਚਾਰ 'ਚ ਜਦੋਂ ਬੰਦਾ ਬਹਿ ਜਾਂਦਾ ਨਾ, ਤੇ ਪਹਿਲੀ ਗੱਲ ਉਹ ਕੁਝ ਕਹਿੰਦਾ ਨਹੀਂ ਆ, ਪਰ ਜੇਕਰ ਕਹਿੰਦਾ ਤਾਂ ਪੂਰਾ ਹੋ ਜਾਂਦਾ। ਬਾਣੀ 'ਚ ਲਿਖਿਆ, ਸਾਧੂ ਬੋਲੇ ਸਹਿਜ ਬਾਏ, ਸਾਧਾ ਬੋਲਿਆ ਬਿਰਥਾ ਨਾ ਜਾਏ। ਕਿਉਂਕਿ ਸੁਣ 'ਚ ਆ ਕੇ ਉਹਨੇ ਕਹਿ ਦਿੱਤਾ, ਸੁਣ 'ਚ ਜਦੋਂ ਵੀ ਕਮਾਂਡ ਵੱਜਦੀ ਹੈ ਨਾ, ਕਿਉਂਕਿ ਕੱਲਾ ਥੋੜੀ ਬੋਲਦਾ, ਨਾਲ ਸੁਣ ਵੀ ਹੈ। ਬਿਲਕੁਲ। ਫਿਰ ਉੱਥੇ ਤੇ ਪਹਿਲੀ ਗੱਲ ਤੇ ਕੋਈ ਬੋਲਦਾ ਹੀ ਨਹੀਂ ਹੈ, ਇੱਛਾ ਨਹੀਂ ਹੁੰਦੀ, ਨਿਰੀਛਾ ਹੈਗਾ, ਪਰ ਉੱਥੋਂ ਜਦੋਂ ਬੋਲਦਾ ਹੈ ਤੇ ਹੋ ਜਾਂਦਾ। ਠੀਕ ਹੈ ਜੀ, ਇਸ ਕਰਕੇ ਜਿਹੜੀਆਂ ਕਹਿੰਦੇ ਆ ਕਿ ਸਿੱਧੀਆਂ ਉਹਦੇ ਪਿੱਛੇ ਲੱਗੀਆਂ ਰਹਿੰਦੀਆਂ, ਤੇ ਉਹ ਵੀ ਆ, ਜੋ ਬੋਲੂਗਾ ਤੇ ਉਹਦਾ ਬੋਲਿਆ ਸੱਚ ਹੋ ਜਾਣਾ, ਵਾਕ ਸਿੱਧੀ ਹੋ ਜਾਣੀ, ਕਿਉਂਕਿ ਆਤਮਾ 'ਚ ਬੈਠੇ। ਹਾਂ, ਵਾਕ ਸਿੱਧੀ ਹੋ ਜਾਣੀ, ਕਾਫੀ ਪਾਵਰਫੁਲ ਜਗ੍ਹਾ 'ਚ ਚੱਲ ਗਿਆ ਉਹ ਮਨੁੱਖ। ਇਸ ਲਈ ਤੁਹਾਨੂੰ ਵੀ ਕਹੀਦਾ ਕਿ ਗਲਤ ਨਹੀਂ ਬੋਲਣਾ, ਚੰਗਾ ਹੀ ਬੋਲਣਾ, ਮਾੜਾ ਨਹੀਂ ਬੋਲਣਾ।
ਵੈਸੇ ਤੁਹਾਡੇ ਮੂੰਹੋਂ ਮਾੜਾ ਨਿਕਲਣਾ ਨਹੀਂ ਚਾਹੀਦਾ, ਉਹਦਾ ਮੂੰਹ ਚੋਂ ਕੱਢ ਵੀ ਦਿਓ ਪਰ ਤੁਹਾਡੇ ਅੰਦਰੋਂ ਨਹੀਂ ਨਿਕਲਣਾ, ਕੁਦਰਤੀ ਨਹੀਂ ਨਿਕਲਣਾ, ਤੁਸੀਂ ਕੰਟਰੋਲ ਨਹੀਂ ਕਰ ਸਕਦੇ। ਠੀਕ ਹੈ, ਟੈਨਸ਼ਨ ਨਾ ਲੈ ਲਿਓ। ਅੱਗੇ ਬੋਲੋ ਜੀ। ਨਾਨਕ ਹਰ ਭਗਤ ਤਿਨਾ ਕੇ ਮਨ ਵਸੈ, ਜਿਨ ਮਸਤਕ ਲਿਖਿਆ ਤੁਰ ਪਾਏ। ਕਹਿੰਦੇ ਜਿਨ੍ਹਾਂ ਨੇ ਜਿਹੜਾ ਹੈਗਾ ਇਹ ਖੇਤ ਸਰੀਰ 'ਚ ਬੀਜਿਆ ਹੈ, ਜੋ ਆਪਾਂ ਬੀਜਦੇ ਹਾਂ, ਜੋ ਕਰਮ ਕਰ ਰਹੇ ਹਾਂ ਇਸ ਟਾਈਮ, ਉਹੀ ਆਪਣੀ ਮੱਥੇ 'ਤੇ ਲਿਖਿਆ ਜਾਂਦਾ ਹੈ ਭਾਈ। ਆਪਾਂ ਹੀ ਲਿਖਣ ਵਾਲੇ ਹਾਂ ਬਸ। ਉਹ ਮਾਲਕ ਨੇ ਜਿਹੜਾ ਹੈਗਾ ਦੇਖ ਲਿਆ ਵੀ ਇਹ ਬੰਦਾ ਕਿੱਧਰ ਨੂੰ ਜਾ ਰਿਹਾ ਆ, ਇਹਦਾ ਕੀ ਬੈਂਟ ਆਫ ਮਾਈਂਡ ਹੈਗਾ, ਅਤੇ ਉਹ ਮੱਥੇ 'ਤੇ ਲਿਖਿਆ ਗਿਆ। ਅੱਗੇ ਫਿਰ ਆਪਣਾ ਅਚਨਚੇਤ ਆਪਾਂ ਨੂੰ ਜਿਹੜਾ ਹੈਗਾ ਉਸ ਪਾਸੇ ਨੂੰ ਜਿਹੜਾ ਉਹ ਸੰਸਕਾਰਾਂ ਨੇ ਘੁਮਾਉਣਾ ਹੈ ਆਪਾਂ ਨੂੰ। ਜਿਨ੍ਹਾਂ ਨੇ ਇਹ ਧਿਆਨ ਵਾਲਾ ਜਿਹੜੇ ਭਗਤੀ ਜਿਹੜੀ ਜਿਨ੍ਹਾਂ ਨੇ ਇਹ ਬੀਜ ਪਾ ਲਏ, ਅਤੇ ਉਹਨਾਂ ਨੂੰ ਫਿਰ ਇਹੀ ਬੀਜ ਉਗਣੇ ਆ ਭਾਈ। ਉਹ ਮਾਲਕ ਪਰਮਾਤਮਾ ਵੱਲੋਂ ਸਪੋਰਟ ਆ ਜਾਣਾ। ਹਾਂਜੀ ਵੀਰ ਜੀ। ਹਾਂਜੀ, ਕਹਿਣ ਤੋਂ ਭਾਵ ਹੈ ਕਿ ਤੁਸੀਂ ਦਲਦਲ ਦੇ ਵਿੱਚ ਓਨੀ ਗਹਿਰੇ ਚਲੇ ਜਾਓਗੇ ਜਿੰਨਾ ਜ਼ਿਆਦਾ ਵਜਨ ਤੁਹਾਡੇ ਕੋਲ ਹੈ। ਇਹ ਗਰਭ ਮੰਡਲ 'ਚ ਕਿੱਥੇ ਜਾਣਾ ਹੈ, ਨਹੀਂ ਜਾਣਾ ਹੈ, ਇਹ ਤਾਂ ਫੈਸਲਾ ਮਨੁੱਖ ਆਪ ਕਰਦਾ ਹੈ। ਕਿਸੇ ਪਰਮਾਤਮਾ ਦਾ ਲੈਣਾ ਦੇਣਾ ਨਹੀਂ ਹੈਗਾ ਵਿੱਚ। ਪਰਮਾਤਮਾ ਇੱਕ ਧਰਮ ਬਣਾ ਕੇ ਬੈਠਾ ਹੈ, ਜੋ ਕਾਨੂੰਨ ਆ ਪ੍ਰੀਸੈਟ ਕੀਤੇ ਹੋਏ ਨੇ, ਔਰ ਪ੍ਰਕਿਰਤੀ ਚੱਲ ਰਹੀ ਹੈ ਬਸ। ਹੁਕਮ ਦੇ ਅੰਦਰ ਚੱਲ ਰਹੇ ਨੇ, ਔਰ ਹੁਕਮ 'ਚ ਜੋ ਵੀ ਤੁਹਾਡਾ ਫੈਸਲਾ ਹੈ ਉਹ ਹੋਵੇਗਾ। ਤੁਸੀਂ ਸਕੂਟਰੀ ਸਟਾਰਟ ਕਰ ਲਓ, ਤੇਲ ਸੜਨਾ ਸ਼ੁਰੂ ਹੋ ਜਾਏਗਾ, ਧੂਆ ਬਣਨਾ ਸ਼ੁਰੂ ਹੋ ਜਾਏਗਾ, ਪੋਲੂਸ਼ਨ ਹੋ ਜਾਏਗਾ। ਤੁਸੀਂ ਉਸੇ ਸਕੂਟਰੀ ਤੋਂ ਕੰਮ ਲੈ ਸਕਦੇ, ਕਿਤੇ ਜਾ ਸਕਦੇ, ਕਿਸੇ ਰਿਸ਼ਤੇਦਾਰਾਂ ਕੋਲ ਜਾਂ ਕਿਸੇ ਦੀ ਮਦਦ ਕਰ ਸਕਦੇ। ਤੇ ਨਹੀਂ ਤੁਸੀਂ ਜਾਣਾ ਤੇ ਖਲੋਤੀ ਨੂੰ ਰੇਖ ਦੇਈ ਜਾਓ, ਉਹਦਾ ਕੰਮ ਹੈ ਉਹਨੂੰ ਸਾੜਦੇ ਜਾਣਾ ਤੇਲ ਨੂੰ। ਇਸੇ ਤਰ੍ਹਾਂ ਜੀਵਨ ਦੇ ਵਿੱਚ ਜਿਹੜਾ ਮਸਤਕ ਤੇ ਅਸੀਂ ਲਿਖ ਕੇ ਜਾਂਦੇ ਆ, ਉਹ ਇਨਸਾਨ ਖੁਦ ਆਪਣਾ ਬੀਜਿਆ ਹੁੰਦਾ ਹੈ। ਹਾਂਜੀ ਗੁਰੂ ਸਾਹਿਬ, ਆਪਣੇ ਭਾਗਾਂ ਨੂੰ ਅਸੀਂ ਖੁਦ ਬਣਾਉਂਦੇ। ਅਸੀਂ ਭਾਗ ਨਿਜਰ ਸਾਹਿਬ ਆਪਣੇ ਭਾਗਾਂ ਦੇ ਨਾ ਅਸੀਂ ਖੁਦ ਰਚਨਾ ਕਰਦੇ ਹਾਂ। ਬਿਲਕੁਲ, ਬਾਣੀ ਕਹਿੰਦੀ ਹੈ 900 ਮੇਰੇ ਖਿਆਲ ਅੰਗ ਦੇ ਉੱਤੇ ਹੈਗਾ ਜਿਹੜਾ ਉਹ ਇਹੀ ਤਾਂ ਕੁਝ ਬਾਣੀ ਕਹਿ ਰਹੀ ਹੈ ਕਿ ਜਿਹੜਾ ਹੈਗਾ ਜੋ ਕਲਮ ਆਪਣੇ ਹੱਥ ਦੇ ਵਿੱਚ ਆ ਭਾਈ, ਇਹ ਸਰੀਰ ਦੇ ਵਿੱਚ ਜੋ ਕੁਛ ਵੀ ਤੂੰ ਕਰੇਗਾ ਉਹੀ ਤੇਰੇ ਜਿਹੜੇ ਹੈਗੇ ਭਾਗ ਬਣ ਜਾਣੇ ਆ। ਕਲਮ ਤਾਂ ਆਪਣੇ ਹੱਥ ਦੇ ਵਿੱਚ ਹੈਗੀ ਆ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ ਨਿਜਰ ਸਾਹਿਬ, ਅੱਗੇ ਚੱਲੀਏ। ਹਾਂਜੀ, ਆਖਰੀ ਪੌੜੀ ਆ ਗਈ ਜੀ, ਆਖਰੀ ਪੌੜੀ। ਹੁਣ ਜਿਹੜੇ ਭਗਤੀ ਕਰਦੇ ਆ ਫਿਰ ਉਹਨਾਂ ਦਾ ਟਾਰਗੇਟ ਜਿਹੜਾ ਹੈਗਾ ਹੁਣ ਉਹਨਾਂ ਦੇ ਅੰਦਰ ਇੱਕ ਅਵਸਥਾ ਐਸੀ ਆ ਜਾਂਦੀ ਹੈ। ਪੌੜੀ ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕੇ ਦਰ ਆਇਆ। ਢਾਡੀ ਦਾ ਮਤਲਬ ਆ ਭਗਤੀ ਕਰਨ ਵਾਲਾ, ਧਿਆਨ ਸਿਮਰਨ ਕਰਨ ਵਾਲਾ, ਸੁਣਨ ਦੇ ਵਿੱਚ ਬੈਠਣ ਵਾਲਾ। ਆਹ ਦਰ ਦੇ ਉੱਤੇ ਆ ਗਿਆ ਭਾਈ, ਮਾਲਕ ਦੇ ਦਰ ਦੇ ਉੱਤੇ ਆ ਗਿਆ। ਹੁਣ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ। ਹਰੇ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ। ਉਹ ਮਾਲਕ ਨੇ ਪੁਕਾਰ ਸੁਣ ਲਈ ਭਾਈ, ਵੀ ਢਾਡੀ ਨੂੰ ਜਿਹੜਾ ਹੈਗਾ ਮੁਖ ਲਾਇਆ, ਮਤਲਬ ਵੀ ਢਾਡੀ ਨੂੰ ਪੁੱਛਿਆ, ਬੁਲਾਇਆ, ਉਹਨੂੰ ਦਰਸ਼ਨ ਦਿੱਤੇ ਉਹਨੂੰ, ਬਈ ਦੱਸ ਤੈਨੂੰ ਤੂੰ ਕਾਹਦੇ ਵਾਸਤੇ ਜਿਹੜਾ ਹੈਗਾ ਇਹ ਭਗਤੀ ਕਿਉਂ ਕਰ ਰਿਹਾ ਹੈ, ਕੀ ਹੈ ਤੇਰਾ ਪ੍ਰਯੋਜਨ, ਕੀ ਚਾਹੁੰਦਾ ਹੈ ਹੁਣ। ਹਰੇ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ। ਹਰ ਪੁੱਛਿਆ ਢਾਡੀ ਸੱਦ ਕੇ ਕਿਸ ਅਰਥ ਤੂੰ ਆਇਆ। ਸੱਦ ਕੇ ਢਾਡੀ ਨੂੰ ਪੁੱਛ ਲਿਆ ਭਾਈ, ਦਰ ਤੇ ਕੋਈ ਮੰਗਤਾ ਹੈਗਾ, ਦਰ ਤੇ ਮੰਗਤਾ ਹੈ, ਰੋਜ਼ ਜਿਹੜਾ ਹੈਗਾ ਬੈਠਦਾ ਹੈ ਦਰ ਤੇ ਅੰਦਰ ਮਾਲਕ ਜਿਹੜਾ ਹੈਗਾ ਖੈਰ ਪਾਉਂਦਾ ਹੀ ਪਾਉਂਦਾ ਹੈ ਭਾਈ। ਦੱਸ ਬਈ ਤੈਨੂੰ ਕੀ ਤੇਰਾ ਪ੍ਰਯੋਜਨ ਕੀ ਹੈਗਾ, ਕੀ ਚਾਹੁੰਦਾ ਹੈ ਤੂੰ। ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ। ਮਾਲਕਾ ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਮੈਨੂੰ ਨਾਮ ਚਾਹੀਦਾ ਹੈ, ਨਿਤ ਨਾਮ ਚਾਹੀਦਾ ਹੈ ਮੈਨੂੰ। ਮੈਂ ਨਾਮ ਤੇਰਾ ਨਾਮ ਜਿਹੜਾ ਹੈਗਾ, ਤੇਰਾ ਧਿਆਨ ਚਾਹੁੰਦਾ ਹੈ, ਹਮੇਸ਼ਾ ਮੈਂ ਤੇਰੇ ਧਿਆਨ ਦੇ ਵਿੱਚ ਬੈਠਾਂ। ਆਹ ਭਗਤੀ ਚਾਹੁੰਦਾ ਹੈ ਮੈਂ, ਆਹ ਭਗਤੀ ਦੇ ਮੈਨੂੰ ਕਿ ਮੈਂ ਜਿਹੜਾ ਹੈਗਾ ਤੇਰੀ ਜਿਹੜੀ ਰਿਕੁਆਇਰਮੈਂਟ ਹੈ ਉਹ ਪੂਰੀ ਕਰਕੇ ਜਿਹੜਾ ਹੈਗਾ ਮੈਂ ਤੇਰੇ ਵਿੱਚ ਸਮਾ ਸਕਾਂ। ਇਹ ਸੰਸਾਰ ਪ੍ਰਕਿਰਤੀ ਤੋਂ ਜਿਹੜਾ ਹੈਗਾ ਉੱਪਰ ਜਿਹੜਾ ਹੈਗਾ ਇਹਨੂੰ ਇਸ ਗੇਮ ਨੂੰ ਜਿੱਤ ਸਕਾਂ। ਆਹ ਮੈਨੂੰ ਦਾਨ ਚਾਹੀਦਾ ਹੈ। ਨਿਤ ਦੇਵੋ, ਨਿਤ ਚਾਹੀਦਾ ਹੈ, ਰੋਜ਼ ਨਿਤ ਦੇਵੋ ਦਾਨ ਦਿਆਲ ਪ੍ਰਭ। ਆਹ ਨਿਤਨੇਮ ਆਪਾਂ ਤਾਂ ਕਰਦੇ ਹੀ ਨਹੀਂ, ਆ ਦਾਨ ਆਪਾਂ ਤਾਂ ਮੰਗਦੇ ਹੀ ਨਹੀਂ ਹੈ ਇਹ ਦਾਨ। ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ। ਦੇਖੋ ਕਿੰਨਾ ਜ਼ਰੂਰੀ ਹੈ। ਮਾਲਕ ਨੂੰ ਦਰਸ਼ਨ ਕਰਕੇ ਵੀ ਜਿਹੜਾ ਹੈਗਾ ਨਾਮ ਮੰਗ ਰਹੇ ਆ ਭਾਈ, ਨਾਮ ਮੰਗ ਰਹੇ ਮਾਲਕ ਪਰਮਾਤਮਾ ਦੇ ਦਰਸ਼ਨ ਕਰਕੇ। ਹਾਲੇ ਜਿਹੜਾ ਹੈਗਾ ਗੇਮ ਦਰਸ਼ਨ ਹੋਏ ਆ, ਹਾਲੇ ਸਮਾਈ ਨਹੀਂ ਹੋਈ ਮਾਲਕ ਪਰਮਾਤਮਾ ਦੇ ਵਿੱਚ। ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ।
ਹਰ ਦਾਤੈ ਹਰ ਨਾਮ ਜਪਾਇਆ ਨਾਨਕ ਪੈ ਨਾਇਆ। ਮਾਲਕ ਪਰਮਾਤਮਾ ਨੇ ਇੱਛਾ ਪੂਰੀ ਕਰ ਦਿੱਤੀ। ਉਹ ਤਾਂ ਹੁਣ ਤਾਂ ਦਰਸ਼ਨ ਹੈ, ਹੁਣ ਨਾ ਧਿਆਨ ਸਿਮਰਨ ਭਗਤੀ ਜਿਹੜੀ ਹੈਗੀ ਆ ਉਹ ਤਾਂ ਪਤਾ ਨਹੀਂ ਕੈਸੀ ਭਗਤੀ ਹੈ ਜਿਹੜੀ ਉਹ ਮਾਲਕ ਦੇ ਨਾਲ ਜਿਹੜੀ ਆਤਮਾ ਦੇ ਵਿੱਚ ਰਹਿ ਕੇ ਹੁੰਦੀ ਹੈ ਭਾਈ। ਹਰ ਦਾਤੇ ਹਰ ਨਾਮ ਜਪਾਇਆ ਨਾਨਕ ਪੈਨ ਆਇਆ। ਨਾਨਕ ਦੇ ਕਾਕੇ ਨੂੰ ਔਂਖੜਿਆ। ਚੌਥੀ ਪਾਤਸ਼ਾਹੀ ਕਹਿ ਰਹੀ ਹੈ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਇਹ ਆਪਣੇ ਵਿੱਚ ਜਿਹੜਾ ਹੈਗਾ ਮਾਲਕ ਨੇ ਸੋਭਾ ਦਿੱਤੀ। ਮਾਲਕ ਨੇ ਜਿਹੜਾ ਹੈਗਾ ਜਿਹੜਾ ਹੈਗਾ ਪਹਿਨਾਇਆ ਦਾ ਮਤਲਬ ਹੁੰਦਾ ਹੈ ਵੀ ਆਪਣੇ ਜਿਹੜੇ ਹੈਗੇ ਆਪਣੇ ਮਹਿਲ ਦੇ ਵਿੱਚ ਆਪਣੇ ਕਰਮਖੰਡ ਦੇ ਵਿੱਚ ਉਹ ਮਾਲਕ ਪਰਮਾਤਮਾ ਨੇ ਬੁਲਾ ਲਿਆ, ਪਹਿਨਾ ਦਿੱਤਾ, ਉਹਦੀ ਵੈਲਕਮ ਕਰ ਲਈ। ਔਰ ਸੁੱਧ 21 ਜਿਹੜੇ ਹੈਗੇ 21 ਨੰਬਰ ਹੈਗਾ, ਇਹਦੇ ਵਿੱਚ 21 ਪੌੜੀਆਂ ਸੀਗੀਆਂ। ਇੱਕ ਹੈਗੀ ਹੈ ਪਹਿਲੀ ਵਾਰ ਹੈਗੀ ਆ ਇਸ ਰਾਗ ਦੀ। ਔਰ ਸੁੱਧ ਦਾ ਮਤਲਬ ਆ ਇਹ ਵਾਰ ਪਹਿਲਾਂ ਮਹਾਰਾਜ ਨੇ ਜਿਹੜੀ ਹੈਗੀ ਆ ਇਹ ਲਿਖੀ ਔਰ ਇਸ ਤੋਂ ਬਾਅਦ ਜਿਹੜਾ ਹੈਗਾ ਫਿਰ ਇਹਦੀ ਚੰਗੀ ਤਰ੍ਹਾਂ ਇਹਦੇ ਵਿੱਚ ਜਿਹੜਾ ਹੈਗਾ ਔਂਕੜ ਸਿਹਾਰੀ ਕੱਖਰ ਵਾਧਾ ਘਾਟਾ ਸਾਰਾ ਕਰਕੇ ਦੇਖ ਕੇ ਔਰ ਉਹਨੂੰ ਸੋਧ ਕੇ ਫਿਰ ਸਟੈਂਪ ਲਗਾ ਦਿੱਤੀ ਬਈ ਇਹ ਸੁੱਧ ਹੋ ਗਈ ਹੈ। ਹੁਣ ਇਹ ਜਿਹੜੀ ਹੈਗੀ ਇਹ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਜਾ ਸਕਦੀ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਸਾਧ ਸੰਗਤ ਦੇਖੋ ਪਹਿਲੀ ਤੁਕ ਚ ਹਾਓ ਇਹ ਤੁਕ ਬੋਲਣੀ ਜੱਸਾ ਮੇਰੇ ਕੋਲ ਨਹੀਂ ਬੋਲਿਆ ਜਾਣਾ। ਹੋਂ ਢਾਡੀ ਹਰ ਪ੍ਰਭ ਖਸਮ ਕਾ ਹਰ ਕੇ ਦਰ ਆਇਆ। ਮਾਲਕ ਦਾ ਭਗਤ ਉਹਦੀ ਵਡਿਆਈ ਕਰਨ ਵਾਲਾ। ਢਾਡੀ ਕੀ ਕਰਦਾ ਹੁੰਦਾ? ਵਾਰਾਂ ਗਾਉਂਦੇ ਆ ਯੋਧਿਆਂ ਦੀਆਂ, ਸੂਰਮਿਆਂ ਦੀਆਂ, ਭਗਤਾਂ ਦੀਆਂ। ਕਹਿੰਦੇ ਮੈਂ ਵੀ ਮਾਲਕ ਪਰਮਾਤਮਾ ਦੀਆਂ ਵਾਰਾਂ ਗਾਉਣਾ ਹੈ। ਹਾਂਜੀ ਵੀਰ ਜੀ ਬਿਲਕੁਲ ਸਹੀ ਹੈ। ਫਿਰ ਕਹਿੰਦੇ ਨੇ ਕਿ ਹਰ ਅੰਦਰ ਸੁਣ ਪੁਕਾਰ ਢਾਡੀ ਮੁਖ ਲਾਇਆ। ਹਾਂ, ਅੰਦਰ ਸੁਣੀ ਪੁਕਾਰ, ਮਾਲਕ ਨੇ ਸੁਣ ਲਈ ਪੁਕਾਰ ਬਈ ਇਹ ਜਿਹੜਾ ਮੰਗਤਾ ਹੈਗਾ ਭਾਈ ਬਈ ਦੱਸ ਬਈ ਕਿਉਂ ਆਇਆ। ਹਾਂਜੀ ਵੀਰ ਜੀ ਸਹੀ ਗੱਲ ਹੈ ਜੀ। ਉਹ ਕਹਿੰਦੇ ਆ ਕਿ ਸਭ ਤੋਂ ਪਹਿਲੀ ਗੱਲ ਤੇ ਜਦੋਂ ਪ੍ਰਮਾਤਮਾ ਦੇ ਦਰ ਤੇ ਕੋਈ ਜਾਂਦਾ ਨਾ ਉੱਥੇ ਭੰਡਾਰੀ ਬੈਠਾ ਹੋਇਆ। ਉਹ ਕਹਿੰਦਾ ਕੀ ਚਾਹੀਦਾ ਬਈ? ਹਾਂ, ਉਹ ਮੇਰਾ ਕਹਿੰਦਾ ਲਓ ਜੀ ਘਰ ਘੁਰ ਦੇ ਦੋ, ਬੱਚਾ ਦੇ ਦੋ, ਕਹਿੰਦਾ ਮੁੰਡਾ ਦੇ ਦੋ, ਨੌਕਰੀ ਦੇ ਦੋ। ਉਹ ਕਹਿੰਦਾ ਚਲ ਠੀਕ ਹੈ ਜਾ ਲੈ ਲੈ। ਔਰ ਉੱਥੇ ਪ੍ਰਮਾਤਮਾ ਨੂੰ ਮੰਗਣਾ ਪੈਣਾ ਤੁਹਾਨੂੰ, ਕਿਉਂਕਿ ਉਹ ਕਾਫੀ ਵੱਡੇ ਲੈਵਲ ਦੀ ਡਿਮਾਂਡ ਕਰਨੀ ਪੈਣੀ ਆ। ਉਹ ਆਪਣੇ ਆਪ ਤੇ ਕੁਛ ਵੀ ਨਹੀਂ ਜੋ ਮਿਲਣਾ। ਜੇ ਪਦਾਰਥ ਪਦੂਰਥ ਮੰਗਣੇ ਉਹ ਕਹਿੰਦੇ ਲੈ ਬਈ ਇੱਥੋਂ ਮੇਰੇ ਤੋਂ ਲੈ ਜਾ, ਤੈਨੂੰ ਬਹੁਤਾ ਗਾਂਹ ਜਾਣ ਦੀ ਲੋੜ ਨਹੀਂ, ਰੱਬ ਕੋ ਕੀ ਜਾਣ ਦੀ ਲੋੜ ਹੈ, ਤੇ ਮੈਂ ਹੀ ਹੈਗਾ ਵਾਂ ਭੰਡਾਰੀ, ਮੇਰੇ ਕੋ ਭੰਡਾਰਾ ਹੈਗਾ। ਜਿਵੇਂ ਭਾਵੇਂ ਤਿਵੇਂ ਚਲਾਵੇ, ਜਿਵੇਂ ਹੋਏ ਫਰਮਾਨ ਬਾਣੀ ਕਹਿੰਦੀ ਹੈ। ਉਹਨਾਂ ਨੇ ਕਰਕੇ ਰੱਖਿਆ ਕਿ ਇੱਥੇ ਛੋਟੇ ਮੋਟੇ ਕੰਮ ਹੈ ਨਾ ਇਹ ਭੰਡਾਰੀ ਕਰ ਦਿਆ ਕਰੇਗਾ, ਇੱਥੋਂ ਲੈ ਆਓ ਭੰਡਾਰੇ। ਮੋਸਟਲੀ ਭੰਡਾਰ ਸਮਾਨ ਹੀ ਲੈਣ ਜਾਂਦੇ ਹਾਂ ਆਪਾਂ, ਜੜ ਚੀਜ਼ਾਂ ਜਿਹੜੀਆਂ ਨਾਸ ਹੋ ਜਾਣੀਆਂ ਆਪਾਂ ਉਹ ਮੰਗ ਲਈ ਨਹੀਂ। ਪਰ ਉਹ ਕਹਿੰਦੇ ਨਹੀਂ ਢਾਡੀ ਆਉਂਦਾ ਢਾਡੀ ਫਿਰ ਕਹਿੰਦਾ ਹੈ ਕਿ ਮੈਨੂੰ ਜਿਹੜੀ ਨਾ ਉਹ ਅੰਦਰ ਜਾਣ ਦਿਓ, ਮੈਂ ਪ੍ਰਮਾਤਮਾ ਨੂੰ ਮਿਲਣਾ ਚਾਹੁੰਦਾ। ਉਹ ਵੀ ਸੋਚਾਂ ਚ ਪੈ ਜਾਂਦੇ ਆ ਕਿ ਇਹ ਬੰਦਾ ਕਿੱਦਾਂ ਦਾ ਜਿਹੜਾ ਰੋਜ਼ ਤੁਰਿਆ ਆਉਂਦਾ ਵਾ, ਕਹਿੰਦਾ ਰੱਬ ਨੂੰ ਮਿਲਣਾ, ਮੈਨੂੰ ਪਦਾਰਥ ਕੋਈ ਨਹੀਂ ਚਾਹੀਦਾ। वाणी की भी कहते कबीर साहब कहते ऐसे कर्म बहुत बसाए जब हम गर्भ जून में आए। बड़ी बड़ी घर बनाया मैं हूं समान नहीं इकट्ठा करना, समान नहीं इकट्ठा करना, थोड़ी घर छड़ के भज गया, जिम्मेवारियां पूरियां निभाइया ने। पर कहते कि मैं मेरी जिंदगी का मकसद हुण ये नहीं आ उल्टी बड़ी कहते दिशा बदल ली उन्होंने अपनी। रामानंद तो भी ले लो, किसी तो भी ज्ञान ले लो प्राप्त करके, वो दिशा बदल ली अपने जीवन की, ਜਿਹੜੀਆਂ ਪਿਓਰਿਟੀਆਂ ਉਹ ਚੇਂਜ ਹੋ ਗਈਆਂ। ਹੁਣ ਇੱਥੇ ਦੇਖੋ ਫਿਰ ਉਹ ਕਹਿ ਰਹੇ ਨੇ ਕਿ ਉਹ ਪਰਮਾਤਮਾ ਦੀ ਮਤਲਬ ਉਹ ਡਿਮਾਂਡ ਕਰ ਰਹੇ ਨੇ ਨਿੱਜਾ ਸਾਹਿਬ, ਅਗਲੀ ਉਹ ਵੀ ਨਿੱਤ ਮੰਗ ਰਹੇ ਨੇ। ਬਿਲਕੁਲ ਢਾਡੀ ਆ ਉਹ ਨਿੱਤ ਜਾ ਕੇ ਮੰਗ ਰਹੇ ਨੇ। ਉਹ ਕਹਿੰਦੇ ਕਿ ਮੈਨੂੰ ਪਰਮਾਤਮਾ ਚਾਹੀਦਾ। ਹਾਂ, ਹਰ ਪਦਾਰਥ ਨਹੀਂ ਚਾਹੀਦੇ, ਕਹਿੰਦੇ ਪਦਾਰਥ ਸਾਈਡ ਤੇ ਕਰੋ। ਹਾਂ, ਹਰ ਪੁੱਛਿਆ ਢਾਡੀ ਸੱਦ ਕੇ ਕਿਸ ਅਰਥ ਤੂੰ ਆਇਆ, ਦੱਸ ਪਈ ਕੀ ਚਾਹੀਦਾ ਤੈਨੂੰ। ਉਹ ਕਹਿੰਦੇ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ, ਮੈਨੂੰ ਤਾਂ ਤੇਰਾ ਨਾਮ ਧਿਆਉਣਾ ਆ ਜਿਹੜੀ ਧਿਆਨ ਸਿਮਰਨ ਜਿਹੜਾ ਹੈਗਾ ਇਹ ਨਿਤ ਚਾਹੀਦਾ ਮੈਨੂੰ, ਆਹ ਚੀਜ਼ ਮੈਨੂੰ ਚਾਹੀਦੀ ਹੈ ਭਾਈ। ਆਹ ਉਹਨਾਂ ਦੀ ਡਿਮਾਂਡ ਹੈਗੀ ਆ। ਉਹ ਕਹਿੰਦੇ ਭਗਤੀ ਦਿਓ ਸਾਨੂੰ। ਹਾਂ, ਭਗਤੀ ਦਿਓ ਸਾਨੂੰ। ਉੱਥੇ ਮੰਗਣ ਜਾਂਦੇ ਆ, ਭਗਤੀ ਮੰਗਣ ਦੇ, ਰੱਬ ਕੋ ਮੰਗਣ ਦੇ। ਇਹ ਨਹੀਂ ਕਹਿੰਦੇ ਮੈਂ ਭਗਤੀ ਕਰੂੰਗਾ, ਉਹ ਕਹਿੰਦਾ ਮੈਨੂੰ ਭਗਤੀ ਦਿਓ। ਹਾਂ,
ਨਿੱਜਰ ਸਾਹਿਬ ਇਹ ਕਿੱਡੀ ਵੱਡੀ ਗੱਲ ਕਰ ਗਏ ਆ। ਬਹੁਤ ਵੱਡੀ ਜੀ। ਅੱਗੇ ਦੇਖੋ, ਹਰ ਦਾਤੇ ਹਰ ਨਾਮ ਜਪਾਇਆ, ਨਾਨਕ ਪਹਿਨਾਇਆ। ਕਹਿੰਦੇ ਮਾਲਕ ਨੇ ਆਪ ਜਿਹੜੀ ਮਦਦ ਕੀਤੀ ਆ, ਹਰ ਦਾਤਾ ਹਰ ਨਾਮ ਜਪਾਇਆ, ਨਾਨਕ ਪਹਿਨਾਇਆ। ਕਹਿੰਦੇ ਮੈਨੂੰ ਨਾਨਕ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਕਹਿੰਦੇ ਆ, ਇਸ ਤਰੀਕੇ ਦੇ ਨਾਲ ਮੈਨੂੰ ਮਾਲਕ ਨੇ ਸੋਭਾ ਕੀਤੀ ਹੈ ਮੇਰੀ। ਹਾਂਜੀ ਵੀਰ ਜੀ। ਆਹ ਫਿਰ ਕਹਿੰਦੇ ਮੰਗਿਆ, ਉਹ ਕਹਿੰਦੇ ਮੈਨੂੰ ਨਹੀਂ ਸਮਾਨ ਚਾਹੀਦਾ, ਮੈਨੂੰ ਰੱਬ ਚਾਹੀਦਾ। ਉਹ ਕਹਿੰਦੇ ਫਿਰ ਰੱਬ ਨੇ ਉਹਨੂੰ ਕਿਹਾ ਤੈਨੂੰ ਭਗਤੀ ਕਰਾਉਣਾ। ਬਿਲਕੁਲ, ਉਹ ਮਾਲਕ ਸੁੱਧ ਕਰਦਾ ਹੈ, ਮਾਲਕ ਆਪ ਚ ਪਾਉਂਦਾ। ਬਿਲਕੁਲ ਆਪ ਜਪਾਉਂਦਾ। ਫਿਰ ਕੀ ਕਰਦੇ ਆ, ਨਾਨਕ ਤਪੇ ਦਾ ਘਰ ਕਿੱਥੇ? ਉਹ ਕਹਿੰਦੇ ਕਿ ਮੈਂ ਮਿਲਾਉਣਾ। ਫਿਰ ਆਪ ਫੜ ਗਏ ਉਹਨਾਂ ਘੋੜੇ ਦੀ ਲਗਾਮ ਫੜ ਲਈ, ਕਹਿੰਦੇ ਮੈਂ ਲੈ ਕੇ ਜਾਂਦਾ ਤੁਹਾਨੂੰ। ਫਿਰ ਆਪਣੇ ਘਰੇ ਲੈ ਗਏ। ਉਹ ਸਾਬੋ ਪਰਮਾਤਮਾ ਹੀ ਕਹਿੰਦੇ ਆ। ਫਿਰ ਉਹ ਆਪ ਹੀ ਤੁਹਾਡੀ ਕਿਸ਼ਤੀ ਨੂੰ ਲੈ ਜਾਂਦਾ ਹੈ। ਵੈਸੇ ਵੀ ਉੱਥੇ ਕਿਸ਼ਤੀ ਤੁਸੀਂ ਲੈ ਕੇ ਜਾ ਵੀ ਨਹੀਂ ਸਕਦੇ, ਤੁਹਾਨੂੰ ਪਰਮਾਤਮਾ ਦੇ ਘਰ ਦਾ ਕਿੱਥੇ ਪਤਾ, ਨਾ ਮੈਨੂੰ ਪਤਾ। ਅਸੀਂ ਤੇ ਕਿਸ਼ਤੀ ਨੂੰ ਕੇਵਲ ਢਿੱਲਾ ਛੱਡਣਾ, ਫਿਰ ਆਪਣੇ ਆਪ ਹੀ ਪਾਉਣ ਲੈ ਜਾਂਦੀ ਹੈ ਜਿੱਥੇ ਅਸੀਂ ਮੰਜ਼ਿਲ ਤੇ ਪਹੁੰਚਣਾ। ਤੁਸੀਂ ਧਿਆਨ ਤੇ ਬਹਿਣਾ ਹੈ, ਉਸ ਤੋਂ ਬਾਅਦ ਸੁਰਤੀ ਨੂੰ ਆਪਣੇ ਆਪ ਹੀ ਆਤਮਾ ਤੱਕ ਗਾਈਡ ਕਰਦਾ ਹੈ ਜਿੱਥੇ ਉਹਨੇ ਖੜਨਾ। ਸੋ ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਨਿੱਜਰ ਸਾਹਿਬ। ਹਾਂਜੀ, ਵਾਰ ਪੂਰੀ ਹੋ ਗਈ ਜੀ। ਅਗਲੀ ਵਾਰ ਫਿਰ ਆਪਾਂ ਇਸ ਤੋਂ ਅਗਲੀ ਵਾਰ ਜਿਹੜੀ ਸੋਚੀ ਬਾਣੀ ਆਪਣੇ। ਹਾਂਜੀ ਹਾਂ, ਇਸ ਤੋਂ ਅੱਗੇ 12 ਤਾਂ ਬਹੁਤ ਹੈ ਜੀ, ਅਗਲੀ ਵਾਰ ਲੈਣੀ ਆਪਾਂ ਨੇ। ਹਾਂ ਚਲੋ ਠੀਕ ਹੈ ਜੀ। ਹਾਂਜੀ ਹਾਂਜੀ। ਅੱਛਾ ਸਾਧ ਸੰਗਤ ਜੀ, ਤੁਸੀਂ ਨਾ ਵੈਸੇ ਇੱਕ ਰਿਕੁਐਸਟ ਹੀ ਆ, ਵੈਸੇ ਮੈਂ ਤੁਹਾਨੂੰ ਕਹਿਣਾ ਤੇ ਨਹੀਂ ਚਾਹੁੰਦਾ ਸਾਂ, ਜੇ ਮੈਂ ਕੰਮ ਤੇ ਗਿਆ ਹੁੰਦਾ ਤੇ ਸ਼ਾਇਦ ਮੈਨੂੰ ਲੋੜ ਨਾ ਪੈਂਦੀ। ਰਿਕੁਐਸਟ ਏਦਾਂ ਨਾ, ਅੱਜ ਮੇਰੇ ਕੋਲ ਨਾ ਕਲੀਨਿਕ ਚ ਇੱਕ ਕੁੜੀ ਆਈ ਹੈ ਬੱਚੀ ਦੀ, ਤੇ ਉਹ ਵਿਚਾਰੀ ਛੋਟੀ ਹੁੰਦੀ ਕਿਤੇ ਡਿੱਗ ਗਈ ਸਕੂਟਰੀ ਤੋਂ, ਕਾਫੀ ਗਰੀਬ ਆ। ਤੇ ਉਹਦਾ ਨਾ ਮੂੰਹ ਤੇ ਮੈਂ ਤੁਹਾਨੂੰ ਫੋਟੋ ਪਾਊਂਗਾ, ਉਹ ਬੱਚੀ ਆ 15-16 ਸਾਲ ਦੀ ਨਿੱਜਰ ਸਾਹਿਬ। ਤੇ ਉਹਨੂੰ ਥੋੜੀ ਜਿਹੀ ਪੈਸਿਆਂ ਦੀ ਲੋੜ ਹੈ। ਮੈਂ ਸੋਚਦਾ ਸੀ ਉਹਦੀ ਪਲਾਸਟਿਕ ਸਰਜਰੀ ਕਰਾ ਦਾਂ, ਤੇ ਉਹ ਤਾਂ ਜੋ ਬੱਚੀ ਦਾ ਜੀਵਨ ਬੜਾ ਲੰਮਾ ਚੌੜਾ ਤੇ ਬੜੀ ਮਾਸੂਮ ਸੀ, ਤੇ ਉਹਨਾਂ ਕੋਲ ਪੈਸੇ ਨਹੀਂ ਹੈਗੇ। ਉਹ ਸੋਚਦੇ ਸੀ ਕਿ ਮੇਰੇ ਕਲੀਨਿਕ ਚ ਇਲਾਜ ਹੋ ਜਾਊ, ਪਰ ਮੇਰੇ ਕਲੀਨਿਕ ਚ ਛੋਟਾ ਮੋਟਾ ਇਲਾਜ ਸੀ। ਇਹ ਚੀਜ਼ ਤੇ ਥੋੜੀ ਜਿਹੀ ਵੱਖਰੀ ਸੀ। ਮੈਂ ਗਰੁੱਪ ਚ ਫੋਟੋ ਪਾਊਂਗਾ ਬੱਚੀ ਦੀ, ਤੇ ਮੈਂ ਚਾਹੁੰਦਾ ਵਾਂ ਕਿ ਜੇ ਕੋਈ ਥੋੜਾ ਬਹੁਤਾ ਕੋਈ ਉਹਦੀ ਮਦਦ ਕਰ ਸਕਦੇ ਤੇ ਆਪਾਂ ਰਲ ਮਿਲ ਕੇ ਉਹਦਾ ਵਿਚਾਰੀ ਦਾ ਆਪਰੇਸ਼ਨ ਕਰਾ ਦਈਏ। ਅਕਾਊਂਟ ਨੰਬਰ ਪਾ ਦੇਣਾ ਗੋਰਖੀ ਸਾਹਿਬ। ਹਾਂ, ਮੈਂ ਅਕਾਊਂਟ ਨੰਬਰ ਮੈਂ ਆਪਣਾ ਹੀ ਦੇਵਾਂਗਾ, ਅਕਾਊਂਟ ਨੰਬਰ। ਹਾਂਜੀ ਹਾਂਜੀ, ਠੀਕ ਹੈ ਜੀ। ਤੇ ਠੀਕ ਹੈ, ਮੈਂ ਉਹ ਫਿਰ ਜ਼ਿਆਦਾ ਨਹੀਂ ਪੈਸੇ ਚਾਹੀਦੇ। ਵੈਸੇ ਤੇ ਉਹ ਡਾਕਟਰ ਕਹਿੰਦੇ ਆ ਕਿ 50,000 ਰੁਪਇਆ ਲੱਗੂਗਾ ਟੋਟਲ ਸਰਜਰੀ ਦਾ, ਤੇ ਜਿੰਨੇ ਮੇਰੇ ਕੋਲ ਹੋਣਗੇ ਮੈਂ ਆਪਣੇ ਪਾਲੂੰਗਾ, ਤੇ ਇੰਨੇ ਕੁ ਪੈਸੇ ਚਾਹੀਦੇ ਆਪਾਂ ਨੂੰ, ਜ਼ਿਆਦਾ ਨਹੀਂ ਚਾਹੀਦੇ। ਤੇ ਉਹ ਆਪਾਂ ਚਾਹੁੰਦੇ ਹਾਂ ਕਿ ਉਸ ਮੈਂ ਤੁਹਾਨੂੰ ਉਹਦੀ ਫੋਟੋ ਪਾਊਂਗਾ, ਤੁਸੀਂ ਖੁਦ ਹੀ ਕਹਿਣਾ ਕਿ ਉਹ ਬੱਚੀ ਪਤਾ ਨਹੀਂ ਕਿੱਦਾਂ ਜੀਵਨ ਬਤੀਤ ਕਰ ਰਹੀ ਹੈ। ਗੋਰਖੀ ਸਾਹਿਬ ਤੁਸੀਂ ਨਾ ਉਹਦਾ ਅਪਾਇੰਟਮੈਂਟ ਬੁੱਕ ਕਰ ਦਿਓ ਬਸ। ਹਾਂ, ਮੈਂ ਅਜੇ ਡਾਕਟਰ ਨਾਲ ਕਰ ਲਈ ਗੱਲ, ਤੇ ਕੋਈ ਨਹੀਂ, ਕੋਈ ਵੀ ਵੇਖ ਲਓ, ਜੇ ਸਾਰਿਆਂ ਕਰਨਾ ਕਿਨੇ ਤੇ ਜਾਂ ਤੁਸੀਂ ਇੱਕ ਜਣਾ ਵੀ ਕਰ ਲਿਓ ਤੇ ਉਹ ਕੋਈ ਗੱਲ ਨਹੀਂ। ਠੀਕ ਹੈ। ਹਾਂ, ਤੇ ਅੱਜ ਦੀ ਵਿਚਾਰ ਇੱਥੇ ਹੀ ਸਮਾਪਤ ਕਰ ਦਈਏ। ਬਹੁਤ ਵਧੀਆ ਜੀ। ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ੇ, ਤੁਹਾਨੂੰ ਚੰਗਾ ਜੀਵਨ ਬਖਸ਼ੇ। ਮੈਂ ਤੇ ਉਹ ਕਹਿਣਾ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਮਿਹਰ ਕਰੋ। ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣਾ ਮੇਰੇ ਮਾਲਿਕ, ਤਾਂ ਜੋ ਇਹ ਮੇਰੇ ਪਿਤਾ ਇਸ ਜੀਵਨ ਦੇ ਵਿੱਚ ਅਸੀਂ ਆਪਣਾ ਜੀਵਨ ਦਾ ਮਕਸਦ ਪੂਰਾ ਕਰ ਸਕੀਏ। ਮੇਰੇ ਪਿਤਾ, ਤੁਹਾਡੇ ਆਸ਼ੀਰਵਾਦ ਤੋਂ ਬਿਨਾਂ ਇਹ ਕਾਰਜ ਪੂਰਾ ਨਹੀਂ ਹੋ ਸਕਦਾ। ਬੜਾ ਬੇਖਮ ਹੈ, ਮਾਇਆ ਦਾ ਪ੍ਰਤਾਪ ਬਹੁਤ ਹੈ, ਅਸੀਂ ਅਣਜਾਣ ਹਾਂ, ਸਾਨੂੰ ਨਾ ਗਿਆਨ ਨਹੀਂ। ਸੋ ਆਪ ਸਾਡਾ ਮਾਰਗਦਰਸ਼ਨ ਕਰੋ, ਸਾਨੂੰ ਵਿਵੇਕ ਬੁੱਧੀ ਦਿਓ, ਆਪਣੇ ਚਰਨਾਂ ਨਾਲ ਲਾਓ। ਅਸੀਂ ਵੈਸੇ ਵੀ ਬਹੁਤ ਆਪ ਜੀ ਦਾ ਸ਼ੁਕਰ ਕਰਦੇ ਹਾਂ ਕਿ ਆਪ ਕਿਸੇ ਵੀ ਤਰੀਕੇ ਨਾਲ ਸਾਨੂੰ ਇਹ ਸੰਗਤ ਦੇ ਰਹੇ, ਜੋ ਬਾਣੀ ਦੇ ਨਾਲ ਬਹਿਣ ਦੀ ਅਕਲ ਦੇ ਰਹੇ, ਜੋ ਸਾਡੇ ਜੀਵਨ 'ਚ ਬਦਲਾਓ ਆ ਰਿਹਾ, ਚੰਗਿਆਈ ਆ ਰਹੀ ਹੈ, ਬੁਰਾਈ ਘਟ ਰਹੀ ਹੈ। ਅਸੀਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੰਗਾ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।